साथ संगत जी, भगवान वाल्मीकि जी की जय। जय गुरुदेव, धन गुरुदेव। अज आपां भगवान वाल्मीकि जी की बाणी उपर विचार करांगे, जो कि इन्हां दे महान ग्रंथ श्री योग विशिष्ट महारामायण दे अंदर वैराग्य प्रकरण सर्ग 1 विच दर्ज है। अज ते इस प्रोग्राम विच मेरे नाल हिस्सा ले रहे हैं भाई साहब भाई बलजीत सिंह जी सोहता। भाई साहब जी, भगवान वाल्मीकि जी की जय। ਆਪਾਂ ਪਹਿਲਾਂ ਵੀ ਇਸ ਸਟੇਜ ਤੋਂ ਬੇਨਤੀ ਕਰ ਚੁੱਕੇ ਹਾਂ ਕਿ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਰਾਮ ਅਤੇ ਵਸ਼ਿਸ਼ਟ ਨੂੰ ਦੋ ਪਾਤਰਾਂ ਦੇ ਰੂਪ ਵਿੱਚ ਵਰਤਿਆ। ਜਿਸ ਤਰ੍ਹਾਂ ਕੋਈ ਕਹਾਣੀਕਾਰ ਜਾਂ ਨਾਟਕਕਾਰ ਆਪਣਾ ਸੁਨੇਹਾ ਦੁਨੀਆ ਤੱਕ ਪਹੁੰਚਾਉਣ ਲਈ ਪਾਤਰ ਚਿੱਤਰਨ ਕਰਦਾ, ਭਾਵ ਆਪਣੀ ਗੱਲ ਨੂੰ ਜਾਂ ਫਿਰ ਆਪਣੇ ਸੁਨੇਹੇ ਨੂੰ ਦੁਨੀਆ ਤੱਕ ਪਹੁੰਚਾਉਂਦਾ ਹੈ। ਇਸੇ ਤਰ੍ਹਾਂ ਹੀ ਭਗਵਾਨ ਵਾਲਮੀਕ ਜੀ ਨੇ ਸੱਚ ਦਾ ਸੁਨੇਹਾ ਇਹਨਾਂ ਪਾਤਰਾਂ ਰਾਹੀਂ ਸਮੁੱਚੀ ਮਾਨਵਤਾ ਦੀ ਝੋਲੀ ਵਿੱਚ ਪਾਇਆ। ਆਪਾਂ ਆਖ ਸਕਦੇ ਹਾਂ ਕਿ ਜੋ ਕੀਮਤ ਹੈ ਉਹ ਉਸ ਸੁਨੇਹੇ ਦੀ ਆਖੀ ਜਾ ਸਕਦੀ ਹੈ। ਜਿਸ ਤਰ੍ਹਾਂ ਆਪਾਂ ਆਖ ਲਈਏ ਕਿ ਆਪਾਂ ਕੋਈ ਸੋਨੇ ਦੀ ਵਸਤੂ ਸੁਨਿਆਰੇ ਪਾਸੋਂ ਲੈ ਕੇ ਆਉਂਦੇ ਹਾਂ, ਉਹ ਆਪਾਂ ਨੂੰ ਇੱਕ ਖੂਬਸੂਰਤ ਡੱਬੇ ਵਿੱਚ ਪਾ ਦਿੰਦਾ ਹੈ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜੋ ਕੀਮਤ ਹੈ ਉਹ ਉਸ ਵਸਤੂ ਦੀ ਹੈ, ਬੁੱਕਸ ਦੀ ਨਹੀਂ ਆਖੀ ਜਾ ਸਕਦੀ। ਇਸੇ ਤਰ੍ਹਾਂ ਹੀ ਕੀਮਤ ਇਸ ਚੀਜ਼ ਦੀ ਹੈ ਕਿ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਕੀ ਬਿਆਨ ਕੀਤਾ। ਅੱਜ ਆਪਾਂ ਉਹਨਾਂ ਦੇ ਮੂਲ ਮੰਤਰ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਭਗਵਾਨ ਵਾਲਮੀਕ ਜੀ ਨੇ ਆਪਣੇ ਮੂਲ ਮੰਤਰ ਵਿੱਚ ਕੀ ਫਰਮਾਇਆ। ਉਸ ਸਤਿਚਿਤ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ, ਜਿਸ ਤੋਂ ਸਾਰੇ ਜੀਵ ਭਾਸਦੇ ਹਨ ਤੇ ਜਿਸ ਵਿੱਚ ਇਹ ਸਾਰੇ ਜੀਵ ਲੀਨ ਅਤੇ ਸਥਿਰ ਹੁੰਦੇ ਹਨ। ਇਸ ਤੋਂ ਅੱਗੇ ਚੱਲ ਕੇ ਭਗਵਾਨ ਵਾਲਮੀਕ ਜੀ ਨੇ ਕੀ ਲਿਖਿਆ, ਜਿਸ ਤੋਂ ਗਿਆਤਾ, ਗਿਆਨ ਤੇ ਦ੍ਰਿਸ਼, ਗਿਆਨ ਤੋਂ ਭਾਵ ਹੈ ਦੁਨੀਆ ਦਾ ਸਾਰਾ ਇਲਮ ਜਾਂ ਨੌਲੇਜ। ਦ੍ਰਿਸ਼ ਤੋਂ ਭਾਵ ਹੈ ਜੋ ਕੁਝ ਵੀ ਆਪਾਂ ਇਹਨਾਂ ਅੱਖਾਂ ਨਾਲ ਦੇਖ ਰਹੇ ਹਾਂ, ਇਸ ਨੂੰ ਦ੍ਰਿਸ਼ ਆਖਦੇ ਹਨ। ਕਰਤਾ, ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ, ਭਾਵ ਸੰਸਾਰ ਦੀ ਉਤਪਤੀ ਦਾ ਕਾਰਨ ਕੀ ਹੈ। ਅੱਗੇ ਚੱਲ ਕੇ ਭਗਵਾਨ ਵਾਲਮੀਕ ਜੀ ਨੇ ਫਰਮਾਇਆ, ਜਿਸ ਆਨੰਦ ਦੇ ਸਮੁੰਦਰ ਕਣ ਕਰਕੇ ਸਾਰਾ ਸੰਸਾਰ ਆਨੰਦਵਾਨ ਹੈ ਤੇ ਜਿਸ ਆਨੰਦ ਕਰਕੇ ਜੀਵ ਜਿਉਂਦੇ ਹਨ, ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਇਹ ਹੈ ਭਗਵਾਨ ਵਾਲਮੀਕ ਜੀ ਦਾ ਮੂਲ ਮੰਤਰ, ਜੋ ਕਿ ਉਹਨਾਂ ਦੇ ਮਹਾਨ ਗ੍ਰੰਥ ਸ਼੍ਰੀ ਯੋਗ ਵਿਸ਼ਿਸ਼ਟ ਮਹਾਰਾਮਾਇਣ ਵਿੱਚ ਦਰਜ ਹੈ। ਆਪਾਂ ਆਖ ਸਕਦੇ ਹਾਂ ਕਿ ਭਗਵਾਨ ਵਾਲਮੀਕ ਜੀ ਦੀ ਸਾਰੀ ਹੀ ਬਾਣੀ ਇਹਨਾਂ ਦੇ ਇਸ ਮੂਲ ਮੰਤਰ ਦੇ ਦੁਆਲੇ ਘੁੰਮਦੀ ਹੈ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਸੱਚ ਦੀ ਗੱਲ ਕੀਤੀ। ਆਪਾਂ ਆਖ ਸਕਦੇ ਹਾਂ ਕਿ ਮਨੁੱਖ ਦੀ ਮੰਜ਼ਿਲ ਸੱਚ ਹੈ। ਮੰਜ਼ਿਲ ਤੋਂ ਭਾਵ ਯਾਤਰਾ ਕਹਿ ਲਓ, ਸਫ਼ਰ ਕਹਿ ਲਓ। ਇੱਕ ਸਾਡੇ ਸਰੀਰ ਦਾ ਸਫ਼ਰ ਆਖਿਆ ਜਾ ਸਕਦਾ, ਦੂਸਰਾ ਇਸ ਇਨਸਾਨ ਦੀ ਆਤਮਾ ਦਾ ਸਫ਼ਰ ਆਖਿਆ ਜਾ ਸਕਦਾ। ਇਨਸਾਨ ਇੱਕ ਪਾਂਧੀ ਹੈ, ਭਾਵ ਰਸਤੇ ਉੱਪਰ ਚੱਲ ਰਿਹਾ। ਯਾਤਰਾ ਉਸ ਸਮੇਂ ਪੂਰਨ ਹੋਵੇਗੀ ਜਦੋਂ ਇਹ ਆਪਣੀ ਮੰਜ਼ਿਲ ਤੇ ਪਹੁੰਚੇਗਾ। ਇਸ ਕਰਕੇ ਮਾਲਕ ਦੇ ਪਿਆਰਿਆਂ ਨੇ ਆਪਾਂ ਨੂੰ ਸਮੇਂ-ਸਮੇਂ ਤੇ ਇੱਥੇ ਆ ਕੇ ਉਸ ਰਸਤੇ ਉੱਪਰ ਚੱਲਣ ਬਾਰੇ ਉਪਦੇਸ਼ ਦਿੱਤਾ।
ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਆਪਣੇ ਮੂਲ ਮੰਤਰ ਵਿੱਚ ਉਸ ਸੱਚ ਦੀ ਗੱਲ ਕੀਤੀ ਕਿ ਇਨਸਾਨ ਦੀ ਮੰਜ਼ਿਲ ਉਸ ਸੱਚ ਨੂੰ ਪ੍ਰਾਪਤ ਕਰਨਾ ਆਖਿਆ ਜਾ ਸਕਦਾ। ਬਹੁਤ ਸਮਾਂ ਬਾਅਦ ਵਿੱਚ ਆ ਕੇ ਗੁਰੂ ਘਰ ਨੇ ਵੀ ਫਰਮਾਇਆ ਕਿ ਕਿਵ ਸਚਿਆਰਾ ਹੋਵੀਏ, ਕਿ ਉਸ ਸੱਚ ਨਾਲ ਮਿਲਣ ਦਾ ਸਾਧਨ ਕੀ ਹੈ। ਗੁਰੂ ਸਾਹਿਬ ਅੱਗੇ ਚੱਲ ਕੇ ਬਿਆਨ ਕਰਦੇ ਹਨ ਕਿ ਉਸ ਸੱਚ ਵਿੱਚ ਮਿਲਣ ਦਾ ਇਹ ਤਰੀਕਾ ਹੈ ਕਿ ਉਸ ਦੇ ਹੁਕਮ ਨੂੰ ਮੰਨਿਆ ਜਾਵੇ। ਸਵਾਲ ਪੈਦਾ ਹੁੰਦਾ ਹੈ ਕਿ ਉਸ ਦਾ ਹੁਕਮ ਕੀ ਹੈ। ਉਸ ਦਾ ਹੁਕਮ ਹੈ ਉਸਨੇ ਜੋ ਆਖਿਆ ਉਸ ਨੂੰ ਮੰਨਣ ਵਿੱਚ ਲੈ ਕੇ ਆਉਣਾ। ਭਾਵ ਉਸਨੇ ਕਾਨੂੰਨ ਬਣਾ ਦਿੱਤਾ ਕਿ ਸੱਚ ਨੂੰ ਜਾਣਨ ਲਈ ਸਚਿਆਰ ਹੋਣਾ ਪਵੇਗਾ, ਭਾਵ ਝੂਠ ਨੂੰ ਤਿਆਗਣਾ ਪਵੇਗਾ। ਭਾਈ ਸਾਹਿਬ ਜੀ ਭਗਵਾਨ ਵਾਲਮੀਕ ਜੀ ਦੇ ਮੂਲ ਮੰਤਰ ਵਿੱਚ ਆਪ ਇਸ ਸੱਚ ਬਾਰੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਭੈਣ ਜੀ ਜ਼ਿਕਰ ਕਰ ਗਏ ਭਗਵਾਨ ਵਾਲਮੀਕ ਜੀ ਦਾ ਜਿਹੜਾ ਮੂਲ ਮੰਤਰ, ਉਸ ਦੇ ਸੰਬੰਧ ਦੇ ਵਿੱਚ ਜੇਕਰ ਆਪਾਂ ਵੱਖਰੇ ਵੱਖਰੇ ਮਾਲਕ ਦੇ ਪਿਆਰਿਆਂ ਦੀ ਗੱਲ ਕਰ ਲਈਏ ਤੇ ਉਹਨਾਂ ਨੇ ਹਰੇਕ ਸਮੇਂ ਤੇ ਆ ਕੇ ਆਪਣੀ ਬਾਣੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮੂਲ ਮੰਤਰ ਲਿਖਿਆ, ਜਿਸ ਨੂੰ ਆਪਾਂ ਕਹਿ ਲਈਏ ਕਿ ਉਹਨਾਂ ਦੀ ਸਾਰੀ ਬਾਣੀ ਕਹਿ ਲਈਏ, ਸਾਰਾ ਗ੍ਰੰਥ ਕਹਿ ਲਈਏ, ਸਾਰੀ ਸਿੱਖਿਆ ਕਹਿ ਲਈਏ, ਉਹ ਉਸ ਦੇ ਦੁਆਲੇ ਜਿਹੜੀ ਉਹ ਘੁੰਮੇਗੀ। ਇਸ ਕਰਕੇ ਅੱਜ ਦੇ ਸ਼ਬਦ ਦੇ ਅੰਦਰ ਭਗਵਾਨ ਵਾਲਮੀਕ ਜੀ ਨੇ ਉਸ ਸੱਚ ਦੀ ਗੱਲ ਜਿਹੜੀ ਉਹ ਸਾਡੇ ਸਾਹਮਣੇ ਲੈ ਕੇ ਆਂਦੀ। ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਗਏ ਕਿ ਗੁਰੂ ਘਰ ਨੇ ਵੀ ਆਪਣੀ ਬਾਣੀ ਕਹਿ ਲਓ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਿਰਜਣਾ ਕਹਿ ਲਓ, ਇਸ ਸ਼ਬਦ ਤੋਂ ਸ਼ੁਰੂ ਕੀਤੀ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਭਾਵ ਉਹਨਾਂ ਨੇ ਆਪਣੇ ਤਜਰਬੇ ਦੇ ਆਧਾਰ ਤੇ ਇਹ ਗੱਲ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ ਕਿ ਉਹ ਸੱਚ ਜਿਹੜਾ ਕਹਿੰਦੇ ਉਹਨਾਂ ਤੋਂ ਪਹਿਲਾਂ ਵੀ ਸੀ, ਆਦ ਸੱਚ। ਕਹਿੰਦੇ ਯੁੱਗਾਂ ਦੀ ਹੱਦ ਜਿਸ ਤਰ੍ਹਾਂ ਸਤਯੁਗ, ਤ੍ਰੇਤਾ ਤੇ ਦੁਆਪਰ ਦੀ ਗੱਲ ਕਰਦੇ, ਉਸ ਸਮੇਂ ਵੀ ਉਹ ਸੱਚ ਜਿਹੜਾ ਉਹ ਕਾਇਮ ਸੀ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ। ਕਹਿੰਦੇ ਉਹਨਾਂ ਦੇ ਸਮੇਂ ਦੇ ਵਿੱਚ ਵੀ ਉਹ ਸੱਚ, ਹੋਸੀ ਵੀ ਸੱਚ। ਕਹਿੰਦੇ ਅੱਗੇ ਵੀ ਉਹ ਜਿਹੜਾ ਸੱਚ ਆ ਉਹ ਉਸਨੇ ਰਹਿਣਾ। ਇਸ ਨੂੰ ਆਪਾਂ ਆਖ ਸਕਦੇ ਕਿ ਫਿਰ ਉਹ ਸੱਚ ਜਿਹੜਾ ਇੱਕ ਸਦੀਵੀ ਤਾਕਤ ਕਹਿ ਲਓ, ਇੱਕ ਇਹੋ ਜਿਹੀ ਹੋਂਦ ਕਹਿ ਲਓ, ਕਹਿੰਦੇ ਜੋ ਕਦੇ ਨਾਸ਼ ਜਿਹੜੀ ਉਹ ਨਹੀਂ ਹੋਵੇਗੀ। ਅਤੇ ਸਾਰੀ ਦੁਨੀਆ ਕਹਿ ਲਓ, ਸਾਰੀ ਕਾਇਨਾਤ ਕਹਿ ਲਓ, ਖੰਡ ਬ੍ਰਹਿਮੰਡ ਕਹਿ ਲਓ, ਉਸ ਸੱਚ ਦੇ ਆਧਾਰ ਤੇ ਜਿਹੜੇ ਇਸ ਦੁਨੀਆ ਦੇ ਅੰਦਰ ਜਿਹੜੇ ਉਹ ਖੜੇ। ਆਮ ਭਾਸ਼ਾ ਦੇ ਅੰਦਰ ਆਪਾਂ ਸੱਚ ਦੀ ਗੱਲ ਕਰ ਲਈਏ, ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਜੀ ਮਾਤਾ ਤੇ ਪਿਤਾ ਦੇ ਘਰ ਜਿਹੜੀ ਔਲਾਦ ਪੈਦਾ ਹੁੰਦੀ, ਉਸ ਨੂੰ ਆਪਾਂ ਬੇਟਾ ਜਾਂ ਬੇਟੀ ਆਖਦੇ, ਜਾਂ ਫਿਰ ਪੁੱਤਰ ਜਾਂ ਪੁੱਤਰੀ ਆਖਦੇ। ਵੱਖਰੇ ਵੱਖਰੇ ਲਫ਼ਜ਼ਾਂ ਦੇ ਨਾਲ ਆਪਾਂ ਉਸ ਦਾ ਵਰਣਨ ਜਿਹੜਾ ਉਹ ਕਰ ਸਕਦੇ। ਭਾਵ ਮਾਤਾ ਪਿਤਾ ਦੇ ਸੰਬੰਧ ਤੋਂ ਉਸ ਦੇ ਘਰ ਵਿੱਚ ਜੋ ਔਲਾਦ ਪੈਦਾ ਹੋਈ, ਇਸੇ ਤਰੀਕੇ ਦੇ ਨਾਲ ਜੋ ਸੱਚ ਦੇ ਵਿੱਚੋਂ ਆਇਆ, ਭਾਵ ਉਹ ਕਰਤੇ ਦੇ ਰੂਪ ਵਿੱਚ ਆਇਆ, ਇਨਸਾਨ ਦੇ ਰੂਪ ਵਿੱਚ ਆਇਆ, ਸਾਡੇ ਲੈਵਲ ਤੇ ਆਇਆ, ਬਾਣੀ ਦੇ ਆਸ਼ੇ ਦੇ ਅਨੁਸਾਰ ਉਸ ਨੂੰ ਮਹਾਤਮਾ ਨੇ ਸੱਚ ਆਖਿਆ। ਭਾਵ ਉਹ ਕਰਤਾ ਹੀ ਉਸ ਸੱਚ ਦੇ ਵਿੱਚੋਂ ਇਨਸਾਨ ਦੇ ਜਾਮੇ ਦੇ ਵਿੱਚ ਇਸ ਦੁਨੀਆ ਦੇ ਅੰਦਰ ਆਇਆ। ਜਿਸ ਤਰ੍ਹਾਂ ਆਪਾਂ ਉਸ ਸੱਚ ਦੀ ਗੱਲ ਕਰਦੇ ਹੋਏ ਥੋੜੀ ਜੀ ਇਸ ਦੀ ਬੈਕਗ੍ਰਾਉਂਡ ਦੇ ਵਿੱਚ ਜਾਵਾਂਗੇ ਕਿ ਇੱਕ ਚੀਨੀ ਮਹਾਤਮਾ ਲਾਓ ਜੀ ਹੋਏ ਜੀ, ਉਹਨਾਂ ਨੇ ਚੌਥੀ ਸਦੀ ਦੇ ਵਿੱਚ ਉਸ ਸੱਚ ਦੀ ਗੱਲ ਜਿਹੜੀ, ਉਸ ਮਾਲਕ ਦੇ ਘਰ ਦੀ ਗੱਲ ਜਿਹੜੀ, ਉਸ ਮਾਲਕ ਦੀ ਵਿਆਖਿਆ ਦੀ ਆਪਾਂ ਗੱਲ ਕਰ ਲਈਏ, ਚੌਥੀ ਸਦੀ ਦੇ ਅੰਦਰ
ਉਹਨਾਂ ਨੇ ਇਸ ਦੇ ਪ੍ਰਤੀ ਵਰਣਨ ਕੀਤਾ। ਇਸ ਤੋਂ ਅੱਗੇ ਆਪਾਂ 12ਵੀਂ ਸਦੀ ਦੇ ਵਿੱਚ ਆ ਜਾਈਏ ਤੇ ਸ਼ਮਸਾ ਤਬਰੇਜ਼ ਹੋਏ ਜੀ, ਜੋ ਕਿ ਇਰਾਨ ਦੇ ਅੰਦਰ ਪੈਦਾ ਹੋਏ, ਲੇਕਿਨ ਭਾਰਤ ਦੇ ਅੰਦਰ ਆ ਕੇ ਉਹਨਾਂ ਨੇ ਉਸ ਸੱਚ ਦੀ ਗੱਲ ਕੀਤੀ। ਇੱਥੇ ਮੈਂ ਥੋੜੀ ਜਿਹੀ ਬੇਨਤੀ ਕਰ ਦਿਆਂ ਕਿ ਉਹ ਮਾਲਕ ਦੇ ਪਿਆਰੇ ਜਦੋਂ ਜਦੋਂ ਵੀ ਇਸ ਦੁਨੀਆ ਦੇ ਵਿੱਚ ਆ ਕੇ ਸੱਚ ਦੀ ਗੱਲ ਕਰਦੇ ਤੇ ਫਿਰ ਸਭ ਤੋਂ ਵੱਧ ਜਿਹੜੀ ਸੱਚ ਦੀ ਗੱਲ ਸੁਣਨ ਦਾ ਆਪਾਂ ਕਹਿ ਲਈਏ ਕਿ ਰੁਕਾਵਟ ਆ ਨਾ, ਉਸ ਦੇ ਵਿੱਚ ਜਿਹੜਾ ਆਪਾਂ ਕਹਿ ਲਈਏ ਕਿ ਮੰਨਣ ਲਈ ਤਿਆਰ ਨਹੀਂ, ਜਿਸ ਨੂੰ ਆਪਾਂ ਪ੍ਰੀਸਟ ਕਲਾਸ ਕਹਿ ਸਕਦੇ, ਪੁਜਾਰੀ ਕਲਾਸ ਕਹਿ ਸਕਦੇ, ਉਸ ਸਮੇਂ ਵਿੱਚ ਵੀ ਸੀ ਤੇ ਅੱਜ ਵੀ ਆ, ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਆਈ, ਉਹਨਾਂ ਨੇ ਉਸ ਸੱਚ ਦੀ ਜਿਹੜੀ ਵਿਰੋਧਤਾ ਕੀਤੀ। ਕਿਉਂ ਕੀਤੀ? ਇਸ ਕਰਕੇ ਕੀਤੀ ਕਿ ਜਿਸ ਤਰ੍ਹਾਂ ਧਰਮ ਨੂੰ ਧੰਦਾ ਬਣਾਉਣ ਦੀ ਗੱਲ ਆਪਾਂ ਆਖ ਸਕਦੇ, ਕਿਉਂਕਿ ਉਹ ਉਹਨਾਂ ਨੂੰ ਉਸ ਚੀਜ਼ ਜਿਹੜੀ ਉਹ ਸੂਟ ਨਹੀਂ ਕਰੇਗੀ ਜਿਸ ਤਰ੍ਹਾਂ ਆਪਾਂ ਕਹਿ ਦਈਏ। ਇਸ ਕਰਕੇ ਪਹਿਲੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਉਸ ਸੱਚ ਦੀ ਗੱਲ ਕਰਦੇ ਹੋਏ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਕਹਿੰਦੇ ਉਸ ਮਾਲਕ ਦੇ ਪਿਆਰੇ ਜਿਨ੍ਹਾਂ ਨੇ ਸੱਚ ਨੂੰ ਇਸ ਦੁਨੀਆ ਦੇ ਅੰਦਰ ਆ ਕੇ ਵਰਣਨ ਕੀਤਾ, ਉਹਨਾਂ ਦਾ ਰਸਤਾ ਜਿਹੜਾ ਉਹ ਹੋ ਰਿਹਾ, ਜੋੜ ਨਹੀਂ ਹੋਵੇਗਾ। ਲੇਕਿਨ ਜਿਹੜੇ ਸੰਸਾਰੀ ਲੋਕ ਆ, ਕਹਿੰਦੇ ਉਹਨਾਂ ਦਾ ਰਸਤਾ ਹੋਰ। ਇਸ ਕਰਕੇ ਵੱਖਰੇ ਵੱਖਰੇ ਸਮੇਂ ਦੇ ਵਿੱਚ ਉਹ ਸੱਚ ਦੇ ਉੱਪਰ ਪਹਿਰਾ ਦੇਣ ਵਾਲੇ ਜਿਹੜੇ, ਉਹਨਾਂ ਦੀ ਵਿਰੋਧਤਾ ਜਿਹੜੀ ਉਹ ਹੋਈ ਤੇ ਅੱਜ ਵੀ ਹੋ ਰਹੀ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇਸ ਤੋਂ ਅੱਗੇ ਚਲ ਜਾਈਏ ਆਪਾਂ ਤੇ ਸਤਿਗੁਰੂ ਕਬੀਰ ਸਾਹਿਬ ਜੀ ਨੇ ਆਪਣੇ ਸਮੇਂ ਦੇ ਵਿੱਚ, ਭਾਵ 14ਵੀਂ ਤੇ 15ਵੀਂ ਸਦੀ ਵਿੱਚ ਉਸ ਸੱਚ ਦਾ ਜਿਹੜਾ ਉਹ ਪ੍ਰਚਾਰ ਕੀਤਾ ਤੇ ਉਸ ਸਮੇਂ ਦਾ ਬਾਦਸ਼ਾਹ ਇਬਰਾਹਿਮ ਅਦਮ ਸੀ, ਉਸ ਨੂੰ ਉਸ ਸੱਚ ਦਾ ਅਹਿਸਾਸ ਕਰਵਾਇਆ, ਉਸ ਨੂੰ ਉਸ ਸੱਚ ਨੂੰ ਜਾਣਨ ਵਾਸਤੇ ਦੱਸਿਆ। ਇਸੇ ਤਰ੍ਹਾਂ ਆਪਾਂ ਸਤਿਗੁਰੂ ਰਵਿਦਾਸ ਜੀ ਦੀ ਜੇਕਰ ਜ਼ਿੰਦਗੀ ਪੜ੍ਹ ਕੇ ਵੇਖੀਏ ਤੇ 1414 ਤੋਂ ਲੈ ਕੇ 1540 ਈਸਵੀ ਤੱਕ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਉਸ ਸੱਚ ਦੀ ਗੱਲ ਜਿਹੜੀ ਉਹ ਕੀਤੀ। ਸੰਤ ਮੀਰਾ ਬਾਈ ਜੀ ਅਤੇ ਜਿਸ ਤਰ੍ਹਾਂ ਰਾਜਾ ਪੀਪਾ ਜੀ ਇੱਕ ਰਾਜਪੂਤ ਕਸ਼ਤਰੀ ਸਨ, ਉਹਨਾਂ ਨੂੰ ਉਸ ਸੱਚ ਦੇ ਨਾਲ ਜੋੜਿਆ ਅਤੇ ਬੇਗਮਪੁਰਾ ਜਿਹੜਾ ਸੀ ਉਸ ਦੇ ਵਾਸੀ ਜਿਹੜਾ ਉਹਨਾਂ ਨੂੰ ਬਣਾਇਆ। ਤੇ ਇਸ ਰਾਜੇ ਪੀਪੇ ਜੀ ਦੀ ਬਾਣੀ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣ ਗਈ। ਕੀ ਫਰਮਾਇਆ ਉਹਨਾਂ ਨੇ? ਕਹਿੰਦੇ ਜੋ ਬ੍ਰਹਮੰਡੇ, ਪਹਿਲੋਂ ਨਹੀਂ ਲਿਖਿਆ ਉਹਨਾਂ ਨੇ, ਜਦੋਂ ਉਸ ਸੱਚ ਨੂੰ ਆਪਣੇ ਅੰਦਰੋਂ ਅਨੁਭਵ ਕੀਤਾ, ਉਸ ਸੱਚ ਨੂੰ ਜਾਣਿਆ, ਉਸ ਰਸਤੇ ਦੇ ਉੱਪਰ ਚੱਲੇ, ਆਪਣੀ ਜ਼ਿੰਦਗੀ ਦਾ ਤਜਰਬਾ ਜਿਹੜਾ ਉਹ ਬਿਆਨ ਕਰ ਰਿਹਾ। ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਕਹਿੰਦੇ ਜੋ ਬ੍ਰਹਮੰਡ ਦੇ ਅੰਦਰ ਆ ਉਹੀ ਇਸ ਇਨਸਾਨ ਦੇ ਸਰੀਰ ਦੇ ਅੰਦਰ ਆ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਜੋ ਲਫ਼ਜ਼ ਵਰਤਿਆ ਬਾਣੀ ਦੀ ਇਹ ਵਿਸ਼ੇਸ਼ਤਾ ਆਪਾਂ ਪਹਿਲੋਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਇਹ ਬਾਣੀ ਕਿਸੇ ਇੱਕ ਧਰਮ ਦੀ ਜਾਇਦਾਦ ਨਹੀਂ, ਇੱਕ ਮਜ਼ਹਬ ਦੀ ਜਾਇਦਾਦ ਨਹੀਂ। ਇਹ ਵੱਖਰੀ ਗੱਲ ਆ ਕਿ ਮਨ ਦੇ ਅਧੀਨ ਆ ਕੇ, ਜਿਸ ਤਰ੍ਹਾਂ ਆਪਾਂ ਅਕਸਰ ਸਤਸੰਗ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਧਰਮ ਦੀਆਂ ਦੀਵਾਰਾਂ ਜਿਹੜੀਆਂ ਇਸ ਇਨਸਾਨ ਦੇ ਮਨ ਨੇ ਜਿਹੜੀਆਂ ਉਹ ਖੜੀਆਂ ਕਰ ਦਿੱਤੀਆਂ। ਲੇਕਿਨ ਪੀਪਾ ਜੀ ਕੀ ਦੱਸ ਰਿਹਾ? ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਪੀਪਾ ਪਰਣਵੇ ਪਰਮ ਤਤ ਹੈ। ਕਹਿੰਦੇ ਮੈਂ ਇਹ ਗੱਲ ਦਾਅਵੇ ਨਾਲ ਆਖ ਰਿਹਾ। ਪਰਣਵੇ ਤੋਂ ਭਾਵ ਕੋਈ ਚੀਜ਼ ਜਿਸ ਤਰ੍ਹਾਂ ਆਪਾਂ ਦਾਅਵੇ ਨਾਲ ਕਹਿ ਲਈਏ, ਸੱਚਾਈ ਨਾਲ ਕਹਿ ਲਈਏ, ਆਪਣਾ ਤਜਰਬਾ ਬਿਆਨ ਕਰ ਲਈਏ। ਪੀਪਾ ਜੀ ਦੱਸ ਰਹੇ, ਕਹਿੰਦੇ ਸਤਿਗੁਰ ਹੋਏ ਲਖਾਵੇ। ਲਖਾਵੇ ਲਫ਼ਜ਼ ਲਿਖਿਆ, ਜੇ ਇੱਥੇ ਉਹ ਪੜਾਵੇ ਲਫ਼ਜ਼ ਲਿਖ ਦਿੰਦੇ ਨਾ ਤੇ ਇਸ ਕੜੀ ਦੇ ਅਰਥ ਜਿਹੜੇ ਉਹ ਹੋਰ ਹੋ ਜਾਂਦੇ ਸਨ। ਕਹਿੰਦੇ ਸਤਿਗੁਰੂ ਮਿਲਿਆ, ਸਤਿਗੁਰੂ ਰਵਿਦਾਸ ਜੀ ਦੇ ਨਾਲ ਉਹਨਾਂ ਦਾ ਸੰਪਰਕ ਪੈਦਾ ਹੋਇਆ ਤੇ ਕਹਿੰਦੇ ਉਹਨਾਂ ਨੇ ਉਹ ਤਾਕਤ ਬਖਸ਼ੀ ਤੇ ਕਹਿੰਦੇ ਉਸ ਦੇ ਨਾਲ ਉਹਨਾਂ ਨੇ ਆਪਣੇ ਅੰਦਰੋਂ ਜਿਹੜਾ ਉਸ ਸੱਚ ਜਿਹੜਾ ਉਸ ਦੀ ਖੋਜ ਕੀਤੀ।
ਆਪਾਂ ਫਰੀਦ ਸਾਹਿਬ ਦੀ ਗੱਲ ਕਰਦੇ ਨੇ, ਵੱਖਰੇ ਵੱਖਰੇ ਮਹਾਤਮਾ ਦੀ ਬਾਣੀ ਲੈਣ ਤੋਂ ਭਾਵ, ਵੱਖਰੇ ਵੱਖਰੇ ਮਹਾਤਮਾ ਦੇ ਪ੍ਰਮਾਣ ਲੈਣ ਤੋਂ ਭਾਵ ਆਪਾਂ ਇਸ ਚੀਜ਼ ਦੀ ਗੱਲ ਕਰਾਂਗੇ ਕਿ ਜਿਹੜੀ ਚੀਜ਼ ਭਗਵਾਨ ਵਾਲਮੀਕ ਜੀ ਨੇ ਸੱਚ ਦੀ ਤ੍ਰੇਤਾ ਯੁੱਗ ਵਿੱਚ ਕੀਤੀ, ਉਹਨਾਂ ਤੋਂ ਬਾਅਦ ਵਿੱਚ ਆਉਣ ਵਾਲੇ ਉਸ ਮਾਲਕ ਦੇ ਪਿਆਰੇ ਜਿਹੜੇ, ਉਹਨਾਂ ਨੇ ਉਸ ਸੱਚ ਜਿਹੜਾ ਉਸ ਨੂੰ ਸਾਡੇ ਸਾਹਮਣੇ ਜਿਹੜਾ ਉਹ ਰੱਖਿਆ। ਕੀ ਫਰਮਾਇਆ ਸ਼ੇਖ ਫਰੀਦ ਜੀ ਨੇ? ਕਹਿੰਦੇ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੋਹ। ਕਹਿੰਦੇ ਜਿਨ੍ਹਾਂ ਨੇ ਉਸ ਸੱਚ ਨੂੰ ਪਹਿਚਾਨ ਲਿਆ, ਕਹਿੰਦੇ ਮੈਂ ਉਹਨਾਂ ਦੇ ਪੈਰੀ ਪੈਂਦਾ ਹਾਂ। ਇਸ ਕਰਕੇ ਹੁਣ ਸਵਾਲ ਇਸ ਚੀਜ਼ ਦਾ, ਕਹਿੰਦੇ ਜੀ ਕਿਵ ਸਚਿਆਰਾ ਹੋਵੀਏ, ਜਿਸ ਤਰ੍ਹਾਂ ਭੈਣ ਜੀ ਸੰਕੇਤ ਦੇ ਗਏ ਪਹਿਲੋਂ ਬਾਣੀ ਦੇ ਆਪਣੀ ਵਾਰਤਾਲਾਪ ਦੇ ਵਿੱਚ, ਕਹਿੰਦੇ ਫਿਰ ਜੇ ਉਹ ਸੱਚ ਇੱਕ ਇਹੋ ਜੀ ਤਾਕਤ ਆ, ਉਹ ਸੱਚ ਇਸ ਇਨਸਾਨ ਦੇ ਅੰਦਰ ਆ, ਤੇ ਫਿਰ ਕਹਿੰਦੇ ਇਹ ਇਨਸਾਨ ਸਚਿਆਰਾ ਕਿਸ ਤਰ੍ਹਾਂ ਹੋ ਸਕਦਾ? ਕਹਿੰਦੇ ਕਿਵ ਸਚਿਆਰਾ ਹੋਵੀਏ। ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ ਆਪਣੀ ਬਾਣੀ ਦੇ ਅੰਦਰ? ਕਹਿੰਦੇ ਜਿਸ ਤਰ੍ਹਾਂ ਆਪਾਂ ਹੁਕਮਨਾਮੇ ਦੀ ਗੱਲ ਕਰ ਲਈਏ ਜੀ, ਕਈ ਵਾਰੀ ਆਪਾਂ ਵੀ ਦੇਖੋ ਜੀ ਇਹੋ ਜਿਹੇ ਇਨਸਾਨ ਆਪਾਂ ਨੂੰ ਮਿਲ ਜਾਂਦੇ ਜਿਹੜੇ ਇਹ ਗੱਲ ਕਹਿ ਦਿੰਦੇ ਜੀ ਕਿ ਵੀ ਕਦੇ ਉਸ ਸੱਚ ਨੂੰ ਕਿਸੇ ਨੇ ਦੇਖਿਆ ਵੀ ਆ ਜਾਂ ਉਸ ਪਰਮਾਤਮਾ ਨੂੰ ਕਿਸੇ ਨੇ ਦੇਖਿਆ ਵੀ ਆ, ਲੇਕਿਨ ਆ ਬਾਣੀ ਜਿਹੜੀ ਆ ਨਾ, ਇਹ ਆਪਾਂ ਨੂੰ ਇਸ ਚੀਜ਼ ਬਾਰੇ ਸੰਕੇਤ ਦੇਵੇਗੀ। ਭਗਵਾਨ ਵਾਲਮੀਕ ਜੀ ਨੇ ਉਸ ਸੱਚ ਨੂੰ ਜਾਣਨ ਦੇ ਸੰਬੰਧ ਵਿੱਚ ਗੱਲ ਕੀਤੀ। ਆਪਣੀ ਬਾਣੀ ਦੇ ਵਿੱਚ ਭਗਵਾਨ ਵਾਲਮੀਕ ਜੀ ਨੇ ਵਰਣਨ ਕੀਤਾ। ਕੀ ਫਰਮਾਇਆ? ਕਹਿੰਦੇ ਉਹ ਹੀ ਤਰੇ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋਈ। ਭਾਵ ਉਸ ਸੱਚ ਦੇ ਨਾਲ ਫਿਰ ਮਿਲਣ ਦਾ ਕੋਈ ਅਸੂਲ ਆ, ਕੋਈ ਸਿਧਾਂਤ ਆ, ਜਿਸ ਨੂੰ ਅਪਣਾਉਣ ਤੋਂ ਬਗੈਰ ਆਪਾਂ ਉਹ ਜਿਹੜਾ ਸੱਚ ਆ ਉਸ ਦੇ ਨਾਲ ਨਹੀਂ ਮਿਲ ਸਕਦੇ। ਆਪਾਂ ਹੁਕਮਨਾਮੇ ਦੀ ਗੱਲ ਕਰ ਰਹੇ। ਕਈ ਵਾਰੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਆ ਹੁਕਮਨਾਮਾ ਜਿਹੜਾ ਜੀ, ਕਈ ਵਾਰੀ ਆਪਾਂ ਨੂੰ ਕਈ ਵਾਰੀ ਇਹੋ ਜਿਹੇ ਮੈਸੇਜ ਆ ਜਾਂਦੇ ਕਿ ਜੀ ਆ ਅੱਜ ਦਾ ਹੁਕਮਨਾਮਾ, ਲੇਕਿਨ ਕਦੇ ਆਪਾਂ ਵਿਚਾਰ ਕਰਕੇ ਦੇਖੀਏ ਕਿ ਉਸ ਗ੍ਰੰਥ ਦੇ ਅੰਦਰ ਜਿਸ ਵੀ ਪੂਰਨ ਮਹਾਤਮਾ ਨੇ ਉਹ ਹੁਕਮਨਾਮਾ ਲਿਖਿਆ ਨਾ, ਇੱਕ ਵੀ ਸ਼ਬਦ ਜਿਹੜਾ ਉਹ ਉਸ ਹੁਕਮਨਾਮੇ ਤੋਂ ਬਗੈਰ ਨਹੀਂ। ਭਾਵ ਉਸ ਦਾ ਹੁਕਮ ਕਹਿ ਲਓ, ਜਿਸ ਤਰ੍ਹਾਂ ਇਹ ਹੁਕਮ ਲਫ਼ਜ਼ ਜਿਹੜਾ ਆਪਾਂ ਕਹਿ ਸਕਦੇ ਕਿ ਇਹ ਅਰਬੀ ਦਾ ਲਫ਼ਜ਼ ਆ, ਜਿਸ ਦਾ ਮਤਲਬ ਆ ਕਮਾਂਡ। ਕਹਿੰਦੇ ਕਿ ਵੀ ਉਸਨੇ ਹੁਕਮ ਕਰ ਦਿੱਤਾ ਕਿ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ। ਭਾਵ ਜਿਸ ਤਰ੍ਹਾਂ ਆਪਾਂ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਥੋੜੀ ਜਿਹੀ ਵਿਆਖਿਆ ਕਰ ਸਕਦੇ ਹਾਂ ਕਿ ਆਪਾਂ ਕਿਤੇ ਸਫ਼ਰ ਤੈਅ ਕਰਨਾ ਹੋਵੇ ਨਾ, ਜਾਂ ਮੋਟਰਵੇ ਤੇ ਆਪਾਂ ਕਾਰ ਵਗੈਰਾ ਲੈ ਕੇ ਜਾਣੀ ਹੋਵੇ, ਕੀ ਕਰਦੇ? ਤੇ ਫਿਰ ਆਪਾਂ ਜਿਹੜੇ ਹਾਈਵੇ ਕੋਡ ਦੇ ਨਿਯਮ ਆ ਨਾ, ਉਹਨਾਂ ਦੀ ਪਾਲਣਾ ਕਰਦੇ, ਤਾਂ ਹੀ ਆਪਾਂ ਆਪਣੇ ਮਕਸਦ ਕਹਿ ਲਓ ਵਿੱਚ ਸਫਲ ਹੋ ਸਕਦੇ, ਆਪਣੀ ਮੰਜ਼ਿਲ ਜਿਹੜੀ ਉਸ ਦੇ ਉੱਪਰ ਆਪਾਂ ਪਹੁੰਚ ਸਕਦੇ। ਤੇ ਮਹਾਤਮਾ ਨੇ ਉਸ ਮਾਲਕ ਦੇ ਘਰ ਨੂੰ ਜਾਣ ਵਾਸਤੇ ਜਿਹੜਾ ਇਹ ਉਸ ਦੇ ਹੁਕਮ ਦੀ ਆਪਾਂ ਗੱਲ ਕਰ ਰਹੇ, ਅਸੂਲ ਦੀ ਗੱਲ ਕਰ ਰਹੇ, ਪ੍ਰਿੰਸੀਪਲ ਜਿਹੜੇ ਉਹਨਾਂ ਦੀ ਗੱਲ ਕਰ ਰਹੇ। ਤੇ ਜੇਕਰ ਕੋਈ ਇਹ ਇਨਸਾਨ ਆਖੇ ਕਿ ਉਸਨੇ ਮੰਜ਼ਿਲ ਵੀ ਤੈਅ ਕਰਨੀ, ਆ ਬਾਹਰਲੀ ਦੁਨੀਆ ਦੀ ਆਪਾਂ ਗੱਲ ਕਰ ਲਈਏ, ਇੱਥੇ ਵੀ ਆਪਣਾ ਸਫ਼ਰ ਤੈਅ ਕਰਨ ਦੇ ਲਈ ਉਹ ਜਿਹੜੇ ਕਾਨੂੰਨ ਆ ਨਾ, ਉਹਨਾਂ ਨੂੰ ਮੰਨਣਾ ਪਵੇਗਾ। ਤੇ ਜੇਕਰ ਮਾਲਕ ਦੇ ਘਰ ਦਾ ਸਫ਼ਰ ਤੈਅ ਕਰਨਾ, ਤੇ ਫਿਰ ਜੋ ਮਾਲਕ ਨੇ ਕਾਨੂੰਨ ਬਣਾਇਆ ਆਪਾਂ ਨੂੰ ਉਸ ਨੂੰ ਮੰਨਣ ਵਿੱਚ ਲੈਣਾ, ਉਹ ਲੈ ਕੇ ਆਉਣਾ ਪਵੇਗਾ। ਇਸ ਕਰਕੇ ਉਸ ਸਚਿਆਰ ਤੱਕ ਇਹ ਇਨਸਾਨ ਕਿਸ ਤਰੀਕੇ ਨਾਲ ਪਹੁੰਚ ਸਕਦਾ? ਕਹਿੰਦੇ ਜਿੰਨਾ ਚਿਰ ਇਹ ਇਨਸਾਨ ਕਹਿੰਦੇ ਉਹ ਬਾਣੀ ਜਿਹੜੀ ਆ ਉਸ ਦੇ ਅਨੁਸਾਰ ਆਪਣੀ ਜਿਹੜੀ ਜ਼ਿੰਦਗੀ ਆ ਨਾ ਉਸ ਨੂੰ ਧਾਰਨ ਨਹੀਂ ਕਰੇਗਾ। ਇਸ ਕਰਕੇ ਕਿਤੇ ਕਿਤੇ ਬਾਣੀ ਦੇ ਅੰਦਰ ਇਹੋ ਜੀ ਅਵਸਥਾ ਜਿਹੜੀ ਜੀ ਉਹ ਮਿਲ ਜਾਂਦੀ। ਸਪਸ਼ਟ ਫੈਸਲਾ ਇਹ ਵੱਖਰੀ ਗੱਲ ਆ, ਆਪਾਂ ਮੰਨੀਏ ਤੇ ਜਾਂ ਨਾ ਮੰਨੀਏ। ਗੁਰੂ ਸਾਹਿਬਾਨ ਨੇ ਬਾਣੀ ਦੇ ਅੰਦਰ ਕੀ ਫਰਮਾਇਆ? ਕਹਿੰਦੇ ਮਨ ਮੇਰੇ ਗੁਰ ਸ਼ਰਨ ਆਵੇਂ ਤਾਂ ਨਿਰਮਲ ਹੋਵੇ। ਤਾਂ ਕਹਿੰਦੇ ਉਹ ਕਿਉਂਕਿ ਉਹ ਪਰਮਾਤਮਾ ਨਿਰਮਲ ਆ, ਪਿਓਰ ਆ, ਪਵਿੱਤਰ ਆ,
ਤੇ ਉਸ ਦੇ ਅੰਦਰ ਪਹੁੰਚਣ ਵਾਸਤੇ ਇਸ ਇਨਸਾਨ ਨੂੰ ਕਹਿੰਦੇ ਨਿਰਮਲ ਹੋਣਾ ਪਵੇਗਾ, ਕਿਉਂਕਿ ਇਹ ਉਸ ਦਾ ਹੁਕਮ ਕਹਿ ਲਓ, ਉਸ ਦਾ ਆਪਾਂ ਜਿਹੜਾ ਉਹ ਪਤਾ ਕਹਿ ਲਓ। ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਵੇ, ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਤੋਏ। ਕਹਿੰਦੇ ਮਨ ਦੇ ਅਧੀਨ ਆ ਕੇ ਇਹ ਇਨਸਾਨ ਜੋ ਮਰਜ਼ੀ ਕਰ ਲਵੇ, ਜੇਕਰ ਮੈਲ ਨਹੀਂ ਧੁੱਪੀ ਨਾ ਤੇ ਫਿਰ ਇਹ ਉਸ ਸੱਚ ਦੇ ਨਾਲ ਜਿਹੜਾ ਉਹ ਮਿਲਾਪ ਨਹੀਂ ਕਰ ਸਕਦਾ। ਇਹ ਆ ਗੁਰੂ ਸਾਹਿਬਾਨ ਦੀ ਬਾਣੀ। ਤੇ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਦੇ ਪ੍ਰਤੀ ਸੰਕੇਤ ਦਿੱਤਾ ਜੀ, ਇਸ਼ਾਰਾ ਕੀਤਾ ਉਹਨਾਂ ਨੇ। ਕਹਿੰਦੇ ਅੱਗ ਵਿੱਚ ਮਿਲਿਆ ਪਦਾਰਥ ਕਹਿੰਦੇ ਅੱਗ ਦਾ ਰੂਪ ਹੋ ਜਾਵੇਗਾ, ਭਾਵ ਉਸ ਦੇ ਗੁਣਾਂ ਨੂੰ ਧਾਰਨ ਕਰਨ ਤੋਂ ਬਗੈਰ, ਉਸ ਦੇ ਵਿੱਚ ਸਮਾਉਣ ਦੇ ਲਈ ਜਿਹੜੇ ਉਹਦੇ ਗੁਣ ਆ ਨਾ, ਆਪਾਂ ਨੂੰ ਉਸ ਨੂੰ ਅਪਣਾਉਣਾ ਪਵੇਗਾ। ਜੇਕਰ ਫਿਰ ਆਪਾਂ ਉਹ ਗੁਣ ਨਹੀਂ ਅਪਣਾਏ ਤੇ ਫਿਰ ਆਪਾਂ ਉਸ ਸੱਚ ਦੇ ਅੰਦਰ ਜਿਹੜਾ ਉਹ ਨਹੀਂ ਸਮਾ ਸਕਦਾ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਮੈਂ ਉਸ ਸੱਚ ਨੂੰ ਨਮਸਕਾਰ ਕਰਦਾ ਹਾਂ, ਭਾਵ ਉਸ ਤਾਕਤ ਨੂੰ ਸਿਰ ਝੁਕਾਉਂਦਾ ਹਾਂ। ਕਿਉਂ ਸਿਰ ਝੁਕਾਉਂਦਾ ਹਾਂ? ਇਸ ਕਰਕੇ ਸਿਰ ਝੁਕਾਉਂਦਾ ਹਾਂ ਕਿਉਂਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਸੰਕੇਤ ਦਿੱਤਾ, ਇਸ ਚੀਜ਼ ਦੇ ਪ੍ਰਤੀ ਇਸ਼ਾਰਾ ਕੀਤਾ। ਕਬੀਰ ਆਤਮ ਅੰਸ਼ ਰਾਮ ਕੀ, ਕਹਿੰਦੇ ਉਹ ਜਿਹੜੀ ਆਤਮਾ ਨਾ, ਇਹ ਉਸ ਰਾਮ ਦੀ ਜਿਹੜੀ ਉਹ ਅੰਸ਼ ਆ। ਇਸ ਕਰਕੇ ਕਿਉਂਕਿ ਆਤਮਾ ਜਿਹੜੀ ਉਸ ਪਰਮਾਤਮਾ ਦੇ ਵਿੱਚੋਂ ਆਈ, ਇਸੇ ਤਰ੍ਹਾਂ ਉਸ ਮਾਲਕ ਦੇ ਪਿਆਰੇ ਕਹਿ ਲਓ, ਉਸ ਮਾਲਕ ਦੀਆਂ ਭੇਜੀਆਂ ਹੋਈਆਂ ਸਰਕਾਰਾਂ ਕਹਿ ਲਓ, ਜਿਸ ਨੂੰ ਭਗਵਾਨ ਵਾਲਮੀਕ ਜੀ ਨੇ ਕਰਤਾ ਕਰਕੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਜੀ। ਮਹਾਤਮਾ ਦੇ ਦੱਸਣ ਤੋਂ ਕੀ ਭਾਵ? ਕਹਿੰਦੇ ਜੇਕਰ ਉਸ ਸੱਚ ਦੇ ਵਿੱਚ ਮਿਲਣਾ ਚਾਹੁੰਦੇ ਹੋ, ਜੇਕਰ ਉਸ ਸੱਚ ਨੂੰ ਅਪਣਾਉਣਾ ਚਾਹੁੰਦੇ ਹੋ, ਤੇ ਫਿਰ ਜੋ ਬਾਣੀ ਕਹਿੰਦੀ ਹੈ ਨਾ, ਉਸ ਦੇ ਅਨੁਸਾਰ ਇਸ ਇਨਸਾਨ ਨੂੰ ਵਿਚਰਨਾ ਪਵੇਗਾ। ਤਾਂ ਹੀ ਆਪਾਂ ਕਹਿ ਸਕਦੇ ਕਿ ਬਈ ਇਹ ਇਨਸਾਨ ਉਸ ਸੱਚ ਤੱਕ ਜਿਹੜਾ ਉਹ ਪਹੁੰਚ ਗਿਆ। ਭਾਈ ਸਾਹਿਬ ਜੀ, ਆਪ ਜੀ ਨੇ ਕਾਫੀ ਵਿਸਥਾਰ ਵਿੱਚ ਜ਼ਿਕਰ ਕੀਤਾ ਕਿ ਪਰਮਾਤਮਾ ਸੱਚ ਹੈ, ਉਤੇ ਉਸ ਸੱਚ ਵਿੱਚ ਸਮਾਉਣ ਲਈ ਸਚਿਆਰ ਹੋਣਾ ਪਵੇਗਾ। ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕੀਤਾ ਕਿ ਜਾਤੀ ਅਤੇ ਵਿਜਾਤੀ ਦਾ ਮੇਲ ਨਹੀਂ ਹੋ ਸਕਦਾ, ਆਪਾਂ ਬਾਹਰਲੀ ਉਦਾਹਰਣ ਲੈ ਕੇ ਦੇਖ ਸਕਦੇ ਹਾਂ ਕਿ ਆਪਾਂ ਕਿੰਨੀ ਵੀ ਕੋਸ਼ਿਸ਼ ਕਰ ਲਈਏ, ਪਾਣੀ ਨੂੰ ਬੱਦਲਾਂ ਵੱਲ ਨਹੀਂ ਭੇਜ ਸਕਦੇ। ਜਾਤੀ ਨਿਯਮ ਬਣਾਉਣ ਲਈ ਪਾਣੀ ਨੂੰ ਭਾਫ ਦੀ ਸ਼ਕਲ ਵਿੱਚ ਬਦਲਣਾ ਪਵੇਗਾ। ਇਸੇ ਤਰ੍ਹਾਂ ਹੀ ਜੋ ਵਿਧਾਨ ਹੈ, ਜੋ ਕਾਨੂੰਨ ਹੈ ਕਿ ਪਾਣੀ ਨੂੰ 100 ਸੈਂਟੀਗ੍ਰੇਡ ਤੇ ਤੱਕ ਗਰਮ ਕਰਨਾ ਪਵੇਗਾ, ਪਾਣੀ ਭਾਫ ਬਣ ਜਾਵੇਗਾ ਅਤੇ ਬੱਦਲਾਂ ਵਿੱਚ ਸਮਾ ਜਾਵੇਗਾ। ਇਸੇ ਤਰ੍ਹਾਂ ਹੀ ਮਾਲਕ ਦੇ ਪਿਆਰਿਆਂ ਨੇ ਆਪਾਂ ਨੂੰ ਦੱਸਿਆ ਕਿ ਉਹ ਪਰਮਾਤਮਾ ਸੱਚ ਹੈ ਅਤੇ ਸੱਚ ਵਿੱਚ ਸਮਾਉਣ ਲਈ ਸਚਿਆਰ ਹੋਣਾ ਪਵੇਗਾ। ਸਚਿਆਰ ਕਿਸ ਤਰੀਕੇ ਨਾਲ ਹੋ ਸਕਦੇ ਹੋ? ਉਸ ਮਾਲਕ ਦੇ ਵਿਧਾਨ ਅਨੁਸਾਰ ਉਹ ਸੱਚ ਹੀ ਕਰਤੇ ਦੇ ਰੂਪ ਵਿੱਚ ਇਨਸਾਨ ਦਾ ਸਰੀਰ ਲੈ ਕੇ ਸਾਡੇ ਲੈਵਲ ਤੇ ਇਸ ਸੰਸਾਰ ਵਿੱਚ ਆਉਂਦਾ ਹੈ, ਜਿਸ ਨੂੰ ਭਗਵਾਨ ਵਾਲਮੀਕ ਜੀ ਨੇ ਕਰਤਾ ਆਖਿਆ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ, ਜੋ ਕਿ ਮੋਖ ਪ੍ਰਕਰਨ ਸਰਗ 16 ਵਿੱਚ ਦਰਜ ਹੈ, ਉਹਨਾਂ ਨੇ ਫਰਮਾਇਆ ਕਿ ਸੱਚ ਨੂੰ ਜਾਣਨ ਲਈ ਬਾਹਰੀ ਕਰਮਕਾਂਡ ਵਿੱਚੋਂ ਨਿਕਲਣਾ ਪਵੇਗਾ, ਭਾਵ ਇਸ ਤੋਂ ਉੱਪਰ ਜਾਣਾ ਪਵੇਗਾ। ਭਗਵਾਨ ਵਾਲਮੀਕ ਜੀ ਦੱਸਦੇ ਹਨ ਕਿ ਜਿਤਨੇ ਦਾਨ ਅਤੇ ਤੀਰਥ ਆਦਿਕ ਸਾਧਨ ਹਨ, ਉਹਨਾਂ ਤੋਂ ਆਤਮ ਪਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਆਤਮ ਪਦ ਦੀ ਪ੍ਰਾਪਤੀ ਸਾਧੂ ਸੰਗ ਤੋਂ ਹੁੰਦੀ ਹੈ। ਸਾਧੂ ਸੰਗ ਤੋਂ ਭਾਵ ਜਿਸ ਨੇ ਵੀ ਸਾਧੂ ਦੀ ਸੰਗਤ ਕੀਤੀ। ਮੈਂ ਬੇਨਤੀ ਕਰਾਂ, ਗੁਰੂ ਘਰ ਦੀ ਬਾਣੀ ਅੰਦਰ ਵੀ ਇੱਕ ਜਗ੍ਹਾ ਤੇ ਜ਼ਿਕਰ ਆਇਆ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ
ਮੁੱਖ ਵਾਕ ਹੈ, ਜੋ ਕਿ ਪੰਨਾ 1005 ਉੱਪਰ ਦਰਜ ਹੈ। ਕੀ ਫਰਮਾਇਆ ਗੁਰੂ ਸਾਹਿਬਾਨ ਨੇ? ਸਾਧ ਰੂਪ ਆਪਣਾ ਤਨ ਧਾਰਿਆ, ਭਾਵ ਉਸ ਪਰਮਾਤਮਾ ਨੇ, ਉਸ ਸੱਚ ਨੇ ਸਾਧ ਦਾ ਰੂਪ ਧਾਰਿਆ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੰਬੰਧ ਵਿੱਚ ਮੈਂ ਬੇਨਤੀ ਕਰਾਂ, ਗੁਰੂ ਘਰ ਦੀ ਬਾਣੀ ਅੰਦਰ ਵੀ ਇੱਕ ਜਗ੍ਹਾ ਤੇ ਜ਼ਿਕਰ ਆਇਆ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮੁੱਖ ਵਾਕ ਹੈ, ਜੋ ਕਿ ਪੰਨਾ 1005 ਉੱਪਰ ਦਰਜ ਹੈ। ਕੀ ਫਰਮਾਇਆ ਗੁਰੂ ਅਰਜਨ ਦੇਵ ਜੀ ਨੇ? ਸਾਧ ਰੂਪ ਆਪਣਾ ਤਨ ਧਾਰਿਆ, ਭਾਵ ਉਸ ਪਰਮਾਤਮਾ ਨੇ, ਉਸ ਸੱਚ ਨੇ ਸਾਧ ਦਾ ਰੂਪ ਧਾਰਿਆ, ਜਿਸ ਨੂੰ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਵਿੱਚ ਕਰਤਾ ਕਰਕੇ ਵਰਣਨ ਕੀਤਾ। ਅੱਗੇ ਚੱਲ ਕੇ ਭਗਵਾਨ ਵਾਲਮੀਕ ਜੀ ਨੇ ਫਰਮਾਇਆ, ਮੋਖ ਪ੍ਰਕਰਨ ਸਰਗ 16, ਸੰਤਾਂ ਦੀ ਸੰਗਤ ਨਾਲ ਜੀਵ ਦੇ ਹਿਰਦੇ ਵਿੱਚ ਗਿਆਨ ਰੂਪੀ ਦੀਵਾ ਬਲਦਾ, ਉਸ ਨਾਲ ਗਿਆਨ ਰੂਪੀ ਹਨੇਰਾ ਦੂਰ ਹੋ ਜਾਂਦਾ ਅਤੇ ਇਹ ਇਨਸਾਨ ਉੱਤਮ ਪਦ ਵਿੱਚ ਬਿਰਾਜਦਾ। ਭਗਵਾਨ ਵਾਲਮੀਕ ਜੀ ਨੇ ਇਸੇ ਸ਼ਬਦ ਵਿੱਚ ਅੱਗੇ ਚੱਲ ਕੇ ਫਰਮਾਇਆ, ਜਿਵੇਂ ਕਲਪ ਵ੍ਰਿਕਸ਼ ਦੇ ਨੇੜੇ ਜਾਣ ਨਾਲ ਮਨ ਇੱਛਾ ਫਲ ਦੀ ਪ੍ਰਾਪਤੀ ਹੁੰਦੀ ਹੈ, ਤਿਵੇਂ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲੇ ਸੰਤ ਜਨ ਹਨ। ਚੌਥੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਜਿਵੇਂ ਮਲਾਹ ਬੇੜੀ ਨਾਲ ਸਭ ਨੂੰ ਦਰਿਆ ਤੋਂ ਪਾਰ ਕਰਦਾ ਹੈ, ਤਿਵੇਂ ਸੰਤ ਜਨ ਯੁਗਤੀ ਕਰਕੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹਨ। ਕਰਤੇ ਦੀ ਗੱਲ ਕਰਦਿਆਂ ਗੁਰੂ ਘਰ ਨੇ ਫਰਮਾਇਆ, ਸਗਲੀ ਸ੍ਰੇਸ਼ਟ ਸ਼ਬਦ ਕੇ ਪਾਸ਼ੇ। ਸ਼ਬਦ ਕੇ ਪਾਸ਼ੇ ਤੋਂ ਭਾਵ ਸਾਰਾ ਕੁਝ ਹੀ ਉਸ ਸ਼ਬਦ ਤੋਂ ਬਣਿਆ ਹੈ। ਜਦੋਂ ਉਹ ਸ਼ਬਦ ਸਾਡੇ ਲੈਵਲ ਤੇ ਸਾਡੇ ਵਰਗਾ ਸਰੀਰ ਲੈ ਕੇ ਆਵੇਗਾ ਤਾਂ ਸਾਡੀ ਜ਼ੁਬਾਨ ਵਿੱਚ ਹੀ ਬਿਆਨ ਕਰੇਗਾ। ਪਹਿਲਾਂ ਗੱਲ ਉਹ ਆਪਾਂ ਨੂੰ ਇਨਸਾਨੀ ਜਾਮੇ ਦੀ ਮਹਾਨਤਾ ਦੱਸੇਗਾ। ਦੂਸਰੀ ਚੀਜ਼, ਉਹ ਆਪਾਂ ਨੂੰ ਇਹ ਦੱਸੇਗਾ ਕਿ ਮੌਤ ਤੋਂ ਬਾਅਦ ਕਿਹੜੀ ਚੀਜ਼ ਉਸ ਸੱਚ ਵਿੱਚ ਸਮਾ ਸਕੇਗੀ। ਉਹ ਆਪਣੀ ਵਾਰਤਾਲਾਪ ਵਿੱਚ ਇਹ ਗੱਲ ਪੱਕੀ ਕਰਕੇ ਸਾਡੇ ਮਨ ਵਿੱਚ ਵਸਾ ਦੇਵੇਗਾ ਕਿ ਸਰੀਰ ਦਾ ਰਸਤਾ ਹੋਰ ਹੈ, ਆਤਮਾ ਦਾ ਰਸਤਾ ਹੋਰ ਹੈ। ਉਹ ਜਦੋਂ ਵੀ ਗੱਲ ਕਰੇਗਾ, ਆਤਮਾ ਨੇ ਜਿਸ ਰਸਤੇ ਉੱਪਰ ਦੀ ਜਾਣਾ ਉਸ ਨੂੰ ਸਵਾਰਨ ਦੀ ਗੱਲ ਕਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਵੀ ਗੱਲ ਕਰਦੇ ਹਾਂ ਜਾਂ ਫਿਰ ਆਮ ਲੋਕਾਂ ਨੂੰ ਕਿਸੇ ਖਾਸ ਪਹਿਰਾਵੇ ਵਾਲੇ ਨੂੰ, ਕੱਪੜੇ ਪਹਿਨਣ ਵਾਲੇ ਨੂੰ ਸਾਧ ਜਾਂ ਫਿਰ ਸੰਤ ਆਖਣਾ ਸ਼ੁਰੂ ਕਰ ਦਿੰਦੇ ਹਾਂ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਇੱਕ ਹੋਰ ਸ਼ਬਦ ਦੇ ਅੰਦਰ ਫਰਮਾਇਆ, ਜੋ ਕਿ ਨਿਰਵਾਣ ਪ੍ਰਕਰਨ ਸਰਗ 209, ਜੋ ਕਿ ਪੰਨਾ 635 ਉੱਪਰ ਦਰਜ ਹੈ। ਭਗਵਾਨ ਵਾਲਮੀਕ ਜੀ ਦੱਸਦੇ ਹਨ ਕਿ ਜਿਨ੍ਹਾਂ ਨੂੰ ਸੰਤ ਜਨਾਂ ਦਾ ਆਸਰਾ ਪ੍ਰਾਪਤ ਹੋਇਆ ਉਹ ਹੀ ਤਰੇ ਹਨ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਨੇ ਆਪਣੇ ਮੂਲ ਮੰਤਰ ਵਿੱਚ ਜੋ ਕਰਤੇ ਬਾਰੇ ਜ਼ਿਕਰ ਕੀਤਾ, ਆਪ ਬਾਣੀ ਦੇ ਆਸ਼ੇ ਅਨੁਸਾਰ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪਾਂ ਅੱਜ ਦੇ ਸ਼ਬਦ ਅੰਦਰ ਵਿਚਾਰ ਕਰ ਰਹੇ ਕਿ ਉਸ ਸੱਚ ਦੀ ਆਪਾਂ ਗੱਲ ਕੀਤੀ, ਉਹ ਸੱਚ ਹੀ ਜਦੋਂ ਇਨਸਾਨ ਦਾ ਜਾਮਾ ਲੈ ਕੇ ਇਸ ਦੁਨੀਆ ਦੇ ਉੱਪਰ ਆਵੇਗਾ, ਭਾਵ ਸਾਡੇ ਵਰਗਾ ਸਰੀਰ ਧਾਰਨ ਕਰੇਗਾ, ਤੇ ਫਿਰ ਉਸ ਨੂੰ ਭਗਵਾਨ ਵਾਲਮੀਕ ਜੀ ਨੇ ਕਰਤਾ ਕਰਕੇ ਜਿਹੜਾ ਉਹ ਵਰਣਨ ਕੀਤਾ, ਭਾਵ ਉਸ ਦੇ ਅੰਦਰ ਤੇ ਉਸ ਕੁੱਲ ਮਾਲਕ ਅਕਾਲ ਪੁਰਖ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਜਿਹੜਾ ਆਪਾਂ ਨਹੀਂ ਆਖ ਸਕਦੇ।
ਆਪਾਂ ਕੋਈ ਤਿੰਨ ਕੁ ਪ੍ਰਮਾਣ ਜਿਹੜੇ ਜਿਸ ਤਰ੍ਹਾਂ ਭੈਣ ਜੀ ਜ਼ਿਕਰ ਕਰ ਗਏ, ਭਗਵਾਨ ਵਾਲਮੀਕ ਜੀ ਨੇ ਕਰਤੇ ਦੀ ਗੱਲ ਕੀਤੀ। ਆਪਾਂ 2 ਜਾਂ 3 ਪ੍ਰਮਾਣ ਜਿਹੜੇ ਉਹ ਬਾਣੀ ਵਿੱਚੋਂ ਇਸ ਚੀਜ਼ ਦੇ ਸੰਬੰਧ ਵਿੱਚ ਆਪਾਂ ਵਿਚਾਰ ਕਰਾਂਗੇ ਕਿ ਕੀ ਕਿਸੇ ਹੋਰ ਮਹਾਤਮਾ ਨੇ ਵੀ ਆਪਣੀ ਬਾਣੀ ਦੇ ਅੰਦਰ ਇਸ ਦਾ ਜਿਹੜਾ ਉਹ ਜ਼ਿਕਰ ਕੀਤਾ ਕਿ ਜੀ ਉਹ ਮਾਲਕ ਹੀ ਇਨਸਾਨ ਦਾ ਜਾਮਾ ਲੈ ਕੇ ਇਸ ਦੁਨੀਆ ਦੇ ਅੰਦਰ ਆਉਂਦਾ। ਕਈ ਵਾਰੀ ਕਿਉਂਕਿ ਆਪਾਂ ਇਨਕਾਰ ਕਰ ਦਿੰਨੇ ਜੀ। ਮੈਂ ਥੋੜੀ ਜਿਹੀ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਜੀ ਕਿ ਅਸੀਂ ਸਿੱਧਾ ਹੀ ਉਸ ਮਾਲਕ ਦੇ ਨਾਲ ਮਿਲਾਪ ਕਰ ਲੈਣਾ, ਲੇਕਿਨ ਬਾਣੀ ਆਪਾਂ ਨੂੰ ਇਸ ਚੀਜ਼ ਦੇ ਉੱਪਰ ਇਸ਼ਾਰਾ ਕਰੇਗੀ ਕਿ ਵੀ ਨਹੀਂ ਹੋ ਸਕਦਾ, ਕਿਉਂਕਿ ਜਿਸ ਤਰ੍ਹਾਂ ਭੈਣ ਜੀ ਨੇ ਭਗਵਾਨ ਵਾਲਮੀਕ ਜੀ ਦੀ ਬਾਣੀ ਚੋਂ ਇੱਕ ਪ੍ਰਮਾਣ ਆਪਾਂ ਨੂੰ ਦਿੱਤਾ ਕਿ ਸੰਤ ਜਨ ਨੂੰ ਆਪਾਂ ਕਿਉਂ ਇਸ ਲੈਵਲ ਤੇ ਲੈ ਕੇ ਆਉਨੇ, ਕਿਉਂਕਿ ਉਸ ਦੇ ਕੋਲ ਇੱਕ ਜੁਗਤੀ ਕਹਿ ਲਓ, ਢੰਗ ਕਹਿ ਲਓ, ਤਰੀਕਾ ਕਹਿ ਲਓ, ਸਾਧਨ ਜਿਹੜਾ ਆਪਾਂ ਉਸ ਇਹ ਆਖ ਸਕਦੇ। ਮੈਂ ਥੋੜੀ ਜਿਹੀ ਪਹਿਲੋਂ ਬੇਨਤੀ ਕਰਾਂ ਕਿ ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਦੇ ਪ੍ਰਤੀ ਜ਼ਿਕਰ ਕੀਤਾ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਕਰਤੇ ਦੀ ਗੱਲ ਕੀਤੀ, ਉਹਨਾਂ ਨੇ ਉਸ ਕਰਤੇ ਦੀ ਗੱਲ ਕਰਦੇ ਹੋਏ ਆਪਣੀ ਬਾਣੀ ਦੇ ਅੰਦਰ ਲਿਖਿਆ ਜੀ ਕਿ ਤੋਹੀ ਮੋਹੀ ਅੰਤਰ ਕੈਸਾ। ਕਹਿੰਦੇ ਐ ਮਾਲਕ, ਜੋ ਤੂੰ ਆ ਉਹ ਮੈਂ ਆ, ਇਸ ਕਰਕੇ ਤੇਰੇ ਅਤੇ ਮੇਰੇ ਵਿੱਚ ਕੋਈ ਵੀ ਭਿੰਨ ਔਰ ਭੇਦ ਨਹੀਂ। ਆਪਾਂ ਸਾਰੇ ਹੀ ਜਾਣਦੇ ਕਿ ਸਤਿਗੁਰੂ ਰਵਿਦਾਸ ਜੀ ਇਸ ਦੁਨੀਆ ਦੇ ਅੰਦਰ ਇਨਸਾਨ ਦੇ ਜਾਮੇ ਵਿੱਚ ਸਾਡੇ ਵਰਗਾ ਸਰੀਰ ਲੈ ਕੇ ਮਾਤਾ ਪਿਤਾ ਦੇ ਘਰ ਉਹਨਾਂ ਨੇ ਜਨਮ ਲਿਆ, ਕੋਈ ਸ਼ੱਕ ਵਾਲੀ ਗੱਲ ਨਹੀਂ। ਇਸ ਤਰ੍ਹਾਂ ਅੱਗੇ ਚੱਲ ਕੇ ਉਹਨਾਂ ਨੇ ਕੀ ਫਰਮਾਇਆ, ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਆਪਣੀ ਗੱਲ ਨੂੰ ਸਮਝਾਉਣ ਦੇ ਲਈ ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ, ਕਹਿੰਦੇ ਜਿਸ ਤਰ੍ਹਾਂ ਕਨਕ ਤੋਂ ਭਾਵ ਸੋਨਾ ਤੇ ਕਨਕ ਕਟਕ ਜਲ ਤਰੰਗ ਜੈਸਾ। ਕਹਿੰਦੇ ਜਲ ਤਰੰਗ ਜੈਸਾ, ਤਰੰਗ ਤੋਂ ਭਾਵ ਲਹਿਰ, ਲਹਿਰ ਜਿਹੜੀ ਉਹ ਚਾਹੇ ਦਰਿਆ ਦੀ ਆਪਾਂ ਕਹਿ ਲਈਏ ਚਾਹੇ ਸਮੁੰਦਰ ਦੀ ਕਹਿ ਲਈਏ, ਉਹ ਉਸ ਸਮੁੰਦਰ ਦਾ ਹਿੱਸਾ ਭਾਵ ਉਸ ਦੇ ਨਾਲੋਂ ਆਪਾਂ ਉਸ ਨੂੰ ਵੱਖ ਨਹੀਂ ਕਰ ਸਕਦੇ। ਭਗਵਾਨ ਵਾਲਮੀਕ ਜੀ ਨੇ ਇਸ ਕਟਕ ਦੀ ਗੱਲ, ਸੋਨੇ ਦੀ ਗੱਲ ਕਰਦੇ ਹੋਏ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਕਿ ਉਹ ਮਾਲਕ ਦੇ ਪਿਆਰੇ ਇੱਕ ਸੋਨੇ ਦੇ ਗਹਿਣਿਆਂ ਦੀ ਤਰ੍ਹਾਂ, ਜਿਸ ਤਰ੍ਹਾਂ ਕਹਿੰਦੇ ਸੋਨੇ ਦੀਆਂ ਵਸਤਾਂ ਅਤੇ ਸੋਨੇ ਦੇ ਵਿੱਚ ਕੋਈ ਵੀ ਭਿੰਨ ਔਰ ਭੇਦ ਨਹੀਂ। ਮਕਸਦ ਜਿਹੜਾ ਉਹ ਇੱਕ ਆ ਕਿ ਉਹ ਕਰਤੇ ਦੇ ਰੂਪ ਵਿੱਚ, ਇਨਸਾਨ ਦੇ ਰੂਪ ਵਿੱਚ ਇਸ ਸੰਸਾਰ ਦੇ ਵਿੱਚ ਆ ਕੇ ਉਹ ਜਨਮ ਲਵੇਗਾ। ਆਪਾਂ ਇੱਕ ਪ੍ਰਮਾਣ ਜਿਹੜਾ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਚੋਂ ਲਵਾਂਗੇ। ਉਹਨਾਂ ਨੇ ਵੀ ਆਪਣੀ ਬਾਣੀ ਦੇ ਅੰਦਰ ਇਸ ਕਰਤੇ ਦੀ ਗੱਲ ਕਰਦੇ ਹੋਏ ਜਿਹੜੀ ਭਗਵਾਨ ਵਾਲਮੀਕ ਜੀ ਨੇ ਤ੍ਰੇਤਾ ਯੁੱਗ ਵਿੱਚ ਕੀਤੀ, ਉਸ ਦੀ ਗੱਲ ਕਰ ਰਿਹਾ। ਕਹਿੰਦੇ ਅਬ ਤੋਂ ਜਾਏ ਚੜੇ ਸਿੰਘਾਸਨ, ਕਹਿੰਦੇ ਮੈਂ ਹੁਣ ਉਸ ਸਿੰਘਾਸਨ ਦੇ ਉੱਪਰ ਚਲਾ ਗਿਆ। ਕਿਸ ਸਿੰਘਾਸਨ ਦੇ ਉੱਪਰ ਚਲਾ ਗਿਆ? ਉਸ ਮਾਲਕ ਦੇ ਸਿੰਘਾਸਨ ਦੇ ਉੱਪਰ ਜਿਹੜਾ ਚਲਾ ਗਿਆ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਕਹਿੰਦੇ ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਹਿਚਾਨੇ। ਕਹਿੰਦੇ ਮੈਂ ਉਸ ਰਾਮ ਦੇ ਵਿੱਚ ਮਿਲ ਗਿਆ, ਮਿਕਸ ਹੋ ਗਿਆ। ਕਹਿੰਦੇ ਹੁਣ ਕੋਈ ਪਹਿਚਾਨ ਨਹੀਂ ਸਕਦਾ। ਭਾਵ ਭਗਵਾਨ ਵਾਲਮੀਕ ਜੀ ਨੇ ਕਰਤੇ ਦੀ ਗੱਲ ਕੀਤੀ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਲੈ ਲਈਏ, ਸਤਿਗੁਰੂ ਰਵਿਦਾਸ ਜੀ ਦੀ ਆਪਾਂ ਬਾਣੀ ਲੈ ਲਈਏ, ਉਸ ਦੇ ਅੰਦਰ ਉਹਨਾਂ ਨੇ ਉਸੇ ਹੀ ਕਰਤੇ ਦੀ ਗੱਲ ਜਿਹੜੀ ਕਰਦੇ ਹੋਏ ਜ਼ਿਕਰ ਕੀਤਾ ਕਿ ਉਸ ਮਾਲਕ ਵਿੱਚ ਅਤੇ ਉਸ ਮਾਲਕ ਦੇ ਜਿਹੜੇ ਪਿਆਰੇ ਆ ਉਹਨਾਂ ਦੇ ਵਿੱਚ ਕੋਈ ਵੀ ਭਿੰਨ ਔਰ ਭੇਦ ਨਹੀਂ। ਜਿਸ ਤਰ੍ਹਾਂ ਆਪਾਂ ਬਾਣੀ ਦੇ ਅਨੁਸਾਰ ਭੈਣ ਜੀ ਜ਼ਿਕਰ ਕਰ ਗਏ ਕਿ ਭਗਵਾਨ ਵਾਲਮੀਕ ਜੀ ਨੇ ਕੀ ਲਿਖਿਆ, ਕਹਿੰਦੇ ਜਿਵੇਂ ਕਲਪ ਬ੍ਰਿਕਸ਼ ਦੇ ਨੇੜੇ ਜਾਣ ਦਾ ਮਨ ਇਛਤ ਫਲ ਦੀ ਪ੍ਰਾਪਤੀ ਹੁੰਦੀ, ਤਿਵੇਂ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲੇ ਸੰਤ ਜਨ ਹਨ। ਕਹਿੰਦੇ ਜਿਸ ਤਰ੍ਹਾਂ ਆਪਾਂ ਕਿਸੇ ਦਰਿਆ ਨੂੰ ਪਾਰ ਕਰਨਾ ਹੋਵੇ ਨਾ, ਤੇ ਫਿਰ ਕੀ ਕਰਦੇ, ਕਿਸੇ ਕਿਸ਼ਤੀ ਦੀ ਆਪਾਂ ਨੂੰ ਲੋੜ ਪਵੇਗੀ।
ਤੇ ਕਦੇ ਆਪਾਂ ਇਹ ਨਹੀਂ ਵੇਖਿਆ ਕਿ ਅਸੀਂ ਆਪ ਹੀ ਉਹ ਕਿਸ਼ਤੀ ਜਿਹੜੀ ਆ ਫੜ ਕੇ ਤੇ ਦਰਿਆ ਨੂੰ ਪਾਰ ਕਰ ਲਿਆ। ਨਹੀਂ, ਉਸ ਕਿਸ਼ਤੀ ਦੇ ਵਿੱਚ ਇੱਕ ਮਲਾਹ ਹੁੰਦਾ। ਉਸ ਮਲਾਹ ਦੀ ਆਪਾਂ ਨੂੰ ਕਿਉਂ ਲੋੜ ਪਵੇਗੀ? ਇਸ ਕਰਕੇ ਲੋੜ ਪਵੇਗੀ ਕਿਉਂਕਿ ਪਹਿਲੀ ਗੱਲ ਤੇ ਉਹ ਉਸ ਕਿਸ਼ਤੀ ਨੂੰ ਚਲਾਉਣ ਦਾ ਵਾਕਫਕਾਰ ਆ। ਦੂਸਰੀ ਇਸ ਚੀਜ਼ ਬਾਰੇ ਕਿ ਜਿਸ ਦਰਿਆ ਦੇ ਵਿੱਚੋਂ ਉਸਨੇ ਪਾਰ ਕਰਨਾ ਨਾ, ਉਹ ਉਸ ਦਰਿਆ ਤੋਂ ਜਿਹੜਾ ਉਹ ਵਾਕਫ ਆ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਸੰਸਾਰ ਸਮੁੰਦਰ ਦੀ ਗੱਲ ਕੀਤੀ। ਕਹਿੰਦੇ ਇਹੋ ਜਿਹਾ ਸਮੁੰਦਰ, ਕਹਿੰਦੇ ਜਿਸ ਨੂੰ ਪਾਰ ਕਰਨ ਦੇ ਲਈ ਕਹਿੰਦੇ ਆਪਾਂ ਜਿਹੜੇ ਸੰਤ ਜਨ ਆ ਉਹਨਾਂ ਦੀ ਲੋੜ ਪਵੇਗੀ। ਬੜੀ ਵਿਚਾਰ ਕਰਨ ਵਾਲੀ ਗੱਲ। ਚੌਥੀ ਕੜੀ ਦੇ ਵਿੱਚ ਭਗਵਾਨ ਵਾਲਮੀਕ ਜੀ ਨੇ ਇਸ ਸ਼ਬਦ ਦੇ ਅੰਦਰ ਕੀ ਲਿਖਿਆ? ਕਹਿੰਦੇ ਜਿਵੇਂ ਮਲਾਹਾ ਬੇੜੀ ਨਾਲ ਸਭ ਨੂੰ ਦਰਿਆ ਤੋਂ ਪਾਰ ਕਰਦਾ। ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ, ਦਰਿਆ ਪਾਰ ਕਰਨ ਦੇ ਲਈ ਕਿਸ਼ਤੀ ਦੀ ਲੋੜ ਪਵੇਗੀ, ਉਸ ਨੂੰ ਚਲਾਉਣ ਵਾਲੇ ਮਲਾਹ ਦੀ ਜਿਹੜੀ ਉਹ ਲੋੜ ਪਵੇਗੀ। ਉਸੇ ਚੀਜ਼ ਦੇ ਪ੍ਰਤੀ ਭਗਵਾਨ ਵਾਲਮੀਕੀ ਨੇ ਜ਼ਿਕਰ ਕੀਤਾ। ਕਹਿੰਦੇ ਤਿਵੇਂ ਸੰਤ ਜਨ ਜੁਗਤੀ ਕਰਕੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹਨ। ਕੋਈ ਸ਼ੱਕ ਦੀ ਗੁੰਜਾਇਸ਼ ਜਿਹੜੀ ਉਹ ਭਗਵਾਨ ਵਾਲਮੀਕ ਜੀ ਨੇ ਨਹੀਂ ਰਹਿਣ ਦਿੱਤੀ। ਕਹਿੰਦੇ ਜੁਗਤੀ ਕੀ? ਜੇਕਰ ਆਪਾਂ ਇੱਕ ਬਾਹਰਲੀ ਧਾਰਨ ਲੈ ਕੇ ਵੇਖ ਲਈਏ, ਇੱਕ ਪੱਥਰ ਹੋਵੇ ਨਾ ਤੇ ਆਪਾਂ ਕੀ ਕਰਦੇ ਜੀ? ਇੱਕ ਮੂਰਤੀ ਸਾਜ ਜਿਸ ਨੂੰ ਕਹਿੰਦੇ, ਉਸ ਪੱਥਰ ਦੇ ਵਿੱਚੋਂ ਮੂਰਤੀ ਬਣਾਉਣ ਵਾਲਾ, ਜਿਸ ਨੂੰ ਸੰਗਤ ਰਾਸ਼ ਕਰਕੇ ਵੀ ਕਈ ਜਗ੍ਹਾ ਤੇ ਲਿਖਿਆ, ਉਹ ਕੀ ਕਰਦਾ? ਜੁਗਤੀ ਹੋਵੇਗੀ ਨਾ। ਉਸ ਦੇ ਪਾਸ ਇੱਕ ਹੈਮਰ ਆ, ਇੱਕ ਚੀਜ਼ਲ ਆ, ਤੇ ਉਸ ਹੈਮਰ ਤੇ ਚੀਜ਼ਲ ਦੇ ਨਾਲ ਉਸ ਪੱਥਰ ਦੇ ਵਿੱਚੋਂ ਉਹ ਮੂਰਤੀ ਜਿਹੜੀ ਉਹ ਬਣਾ ਕੇ ਰੱਖ ਦੇਵੇਗਾ। ਕਿਉਂ? ਇਸ ਕਰਕੇ ਕਿਉਂਕਿ ਉਸ ਦੇ ਕੋਲ ਪੱਥਰ ਵਿੱਚੋਂ ਮੂਰਤੀ ਬਣਾਉਣ ਦੀ ਜਿਹੜੀ ਉਹ ਜੁਗਤੀ ਕਹਿ ਲਓ, ਢੰਗ ਕਹਿ ਲਓ, ਅਕਲ ਕਹਿ ਲਓ, ਕਲਾ ਕਹਿ ਲਓ, ਕਹਿੰਦੇ ਉਸ ਦੇ ਪਾਸ ਹੈ। ਤੇ ਜੇਕਰ ਕੋਈ ਮੇਰੇ ਵਰਗੇ ਇਨਸਾਨ ਨੂੰ ਫੜਾ ਦੇਵੇ ਨਾ ਹੈਮਰ ਤੇ ਚੀਜ਼ਲ, ਤੇ ਸਾਰਾ ਪੱਥਰ ਤੇ ਤੋੜ ਕੇ ਰੱਖ ਦਿਆਂਗੇ, ਲੇਕਿਨ ਉਸ ਪੱਥਰ ਵਿੱਚੋਂ ਮੂਰਤੀ ਨਹੀਂ ਬਣਾ ਸਕਦੇ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਸਪਸ਼ਟ ਫੈਸਲਾ ਬਾਣੀ ਵਿੱਚ ਦਿੱਤਾ। ਕਹਿੰਦੇ ਤਿਵੇਂ ਸੰਤ ਜਨ ਜੁਗਤੀ ਕਰਕੇ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦੇ ਹਨ। ਇਸ ਕਰਕੇ ਕਿਸੇ ਵੀ ਮਹਾਤਮਾ ਦੀ ਆਪਾਂ ਬਾਣੀ ਲੈ ਲਈਏ, ਉਹਨਾਂ ਨੇ ਉਸ ਸੱਚ ਨੂੰ ਜਾਣਨ ਵਾਸਤੇ ਕਰਤੇ ਦੀ ਗੱਲ ਕੀਤੀ। ਜਦੋਂ ਵੀ ਇਹ ਇਨਸਾਨ ਉਸ ਮਾਲਕ ਦੇ ਨਾਲ ਮਿਲ ਸਕੇਗਾ, ਕਿਉਂਕਿ ਇਹ ਉਸ ਦਾ ਕਾਨੂੰਨ ਆ, ਉਹ ਵਿਧਾਨ ਆ। ਆਪਾਂ ਆ ਗੁਰੂ ਘਰ ਦੀ ਬਾਣੀ ਲੈ ਲੈਂਦੇ, ਕਈ ਵਾਰੀ ਆਪਾਂ ਨੂੰ ਵੀ ਇਹੋ ਜਿਹੇ ਇਨਸਾਨ ਮਿਲ ਜਾਂਦੇ। ਆ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਆਪਾਂ ਮੱਥਾ ਟੇਕਦੇ ਆ ਨਾ, ਉਸ ਦੇ ਅੰਦਰ ਇਸ ਦੇ ਪ੍ਰਤੀ ਆਪਾਂ ਨੂੰ ਜ਼ਿਕਰ ਮਿਲੇਗਾ ਜੀ। ਕੀ ਲਿਖਿਆ? ਕਹਿੰਦੇ ਗੁਰਮੁਖ ਜਨਮ ਸਕਾਰਥਾ, ਸਕਾਰਥਾ ਤੋਂ ਭਾਵ ਸਫਲ ਹੋਣਾ। ਕਹਿੰਦੇ ਇਸ ਇਨਸਾਨ ਦਾ ਜਨਮ ਜਿਹੜਾ ਕਦੋਂ ਸਫਲ ਹੋਵੇਗਾ? ਜਿਹੜੀ ਚੀਜ਼ ਭਗਵਾਨ ਵਾਲਮੀਕ ਜੀ ਨੇ ਲਿਖੀ, ਗੁਰੂ ਘਰ ਨੇ ਉਹਦਾ ਵਰਣਨ ਕੀਤਾ। ਗੁਰਮੁਖ ਜਨਮ ਸਕਾਰਥਾ ਨਿਰਮਲ ਮਲ ਖੋਈ, ਨਾਨਕ ਜੀਨ ਦਾ ਪੁਰਖ ਤੇ ਆਇਆ ਅਮਰਾ ਪਦ ਹੋਈ। ਭਗਵਾਨ ਵਾਲਮੀਕ ਜੀ ਨੇ ਉੱਤਮ ਪਦ ਦੀ ਗੱਲ ਕੀਤੀ, ਗੁਰੂ ਘਰ ਨੇ ਅਮਰ ਪਦ ਦੀ ਗੱਲ ਕੀਤੀ, ਸਤਿਗੁਰ ਰਵਿਦਾਸ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ। ਲਫ਼ਜ਼ਾਂ ਦਾ ਫਰਕ, ਲੇਕਿਨ ਜਿਹੜੀ ਸਾਰ ਵਸਤੂ ਹਰੇਕ ਮਹਾਤਮਾ ਦੀ ਬਾਣੀ ਵਿੱਚ ਆਪਾਂ ਕਹਿ ਲਈਏ ਉਹ ਇੱਕ ਆ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਜੁਗਤੀਵਾਨ ਲੱਭਣਾ ਪਵੇਗਾ, ਜਿਸ ਦੇ ਪਾਸ ਉਸ ਮਾਲਕ ਦੇ ਘਰ ਨੂੰ ਜਾਣ ਦਾ ਭੇਦ ਆ, ਕਹਿੰਦੇ ਉਸ ਨੂੰ ਲੱਭਣਾ ਪਵੇਗਾ, ਤਾਂ ਜਾ ਕੇ ਆਪਾਂ ਜਿਹੜਾ ਉਸ ਮਾਲਕ ਨਾਲ ਵਿਸਾਲ ਕਰ ਸਕਦੇ। ਜਿਸ ਤਰ੍ਹਾਂ ਭੈਣ ਜੀ ਥੋੜਾ ਜਿਹਾ ਜ਼ਿਕਰ ਕਰ ਗਏ ਕਿ ਸੰਤ ਜਿਹੜਾ, ਕਈ ਵਾਰੀ ਆਪਾਂ ਵੀ ਇਹੋ ਜਿਹੀ ਵਿਚਾਰ 'ਚ ਪੈ ਜਾਂਦੇ, ਜਾਂ ਕਈ ਵਾਰੀ ਆਪਾਂ ਨੂੰ ਲੋਕ ਕੁਐਸਚਨ ਕਰ ਜਾਂਦੇ ਜੀ ਕਿ ਤੁਸੀਂ ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਵਿੱਚ ਉਹਨਾਂ ਨੂੰ ਸੰਤ ਕਹੀ ਜਾਂਦੇ ਜਾਂ ਉਹਨਾਂ ਨੂੰ ਸਾਧ ਕਹੀ ਜਾਂਦੇ। ਸੰਤ ਜਿਹੜਾ ਉਹ ਕਿਸੇ ਭੇਖ ਦਾ ਨਾਮ ਨਹੀਂ। ਚਿੱਟੇ ਪਾ ਲਓ, ਕਾਲੇ ਪਾ ਲਓ, ਜਾਂ ਕਿਸੇ ਹੋਰ ਰੰਗ ਦੇ ਨਾਲ ਜਿਹੜਾ ਉਹ ਸੰਤ ਦਾ ਜਿਹੜਾ ਆਪਾਂ ਗੱਲ ਨਹੀਂ ਕਰ ਸਕਦੇ, ਕਿਉਂਕਿ ਬਾਣੀ ਜਿਹੜੀ ਉਹ ਆਪਾਂ ਨੂੰ ਚੇਤਾਵਨੀ ਦੇਵੇਗੀ। ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਇਸ ਦੇ ਪ੍ਰਤੀ ਫੈਸਲਾ ਦਿੱਤਾ ਜੀ। ਕਹਿੰਦੇ ਘੋਲੀ ਗੇਰੂ ਰੰਗ ਚੜਾਇਆ, ਕਹਿੰਦੇ ਭਗਵੇਂ ਕੱਪੜੇ ਪਾ ਲੈ ਉਹ ਭਰਾਵੋ ਸੰਤ ਨਹੀਂ ਬਣ ਸਕਦੇ, ਸਾਧ ਨਹੀਂ ਬਣ ਸਕਦੇ। ਘੋਲੀ ਗੇਰੂ ਰੰਗ ਚੜਾਇਆ ਬਸਤਰ ਭੇਖ ਭਿਖਾਰੀ, ਕਹਿੰਦੇ ਆਪਣੇ ਕਹਿੰਦੇ ਵੀ ਕੱਪੜੇ ਇਸ ਤਰ੍ਹਾਂ ਦੇ ਬਣਾ ਲੈ। ਅੱਗੇ ਜਾ ਕੇ ਕੀ ਲਿਖਿਆ? ਕਹਿੰਦੇ ਕਾਫੜ ਫਾਰ ਬਣਾਈ ਖਿੰਥਾ ਝੋਲੀ ਮਾਇਆ ਧਾਰੀ,
ਘਰ ਘਰ ਮੰਗੇ ਜਗ ਪ੍ਰਬੁੱਧੇ, ਮਨ ਅੰਧੇ ਪਤ ਹਾਰੀ। ਕਹਿੰਦੇ ਮਨ ਅੰਧੇ, ਕਹਿੰਦੇ ਇਹ ਇਨਸਾਨ ਤੁਸੀਂ ਅੰਧੇ ਹੋ। ਕਹਿੰਦੇ ਭਰਮ ਭਲਾਣਾ ਸ਼ਬਦ ਨਾ ਚੀਨੇ, ਜੂਏ ਬਾਜੀ ਹਾਰੇ। ਗੈਂਬਲ, ਜਿਸ ਨੂੰ ਆਪਾਂ ਜੂਆ ਕਹਿੰਦੇ, ਗੈਂਬਲ, ਕਿਉਂਕਿ ਆਪਣੀ ਜ਼ਿੰਦਗੀ ਜਿਹੜੀ ਉਸ ਨੂੰ ਗੈਂਬਲ ਤੇ ਲਾ ਦਿੱਤੀ। ਇਸ ਕਰਕੇ ਕਹਿੰਦੇ ਵੀ ਭੇਖਾਂ ਦੇ ਨਾਲ ਜਿਹੜੀ ਉਹ ਗੱਲ ਨਹੀਂ ਬਣ ਸਕਦੀ। ਭਗਵੇਂ ਕੱਪੜੇ ਪਾਉਣ ਵਾਲੇ ਨੂੰ ਆਪਾਂ ਸੰਤ ਜਿਹੜਾ ਉਹ ਨਹੀਂ ਆਖ ਸਕਦੇ। ਗੁਰੂ ਘਰ ਨੇ ਹੋਰ ਜਗ੍ਹਾ ਤੇ ਫਰਮਾਇਆ, ਭਗਵਾਨ ਵਾਲਮੀਕ ਜੀ ਨੇ ਸਪਸ਼ਟ ਫੈਸਲਾ ਦਿੱਤਾ ਬਾਣੀ ਅੰਦਰ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕਹਿੰਦੇ ਭੇਖੀ ਪ੍ਰਭੂ ਨਾ ਲੱਭੀ, ਬਿਨ ਸੱਚੀ ਸਿੱਖ। ਸਿੱਖ ਤੋਂ ਭਾਵ ਸਿੱਖਿਆ। ਕਹਿੰਦੇ ਜਿੰਨਾ ਚਿਰ ਇਸ ਇਨਸਾਨ ਨੂੰ ਉਹ ਸਿੱਖਿਆ ਨਹੀਂ ਮਿਲੇਗੀ, ਕਹਿੰਦੇ ਇਹ ਇਨਸਾਨ ਉਸ ਮਾਲਕ ਦੇ ਨਾਲ ਜਿਹੜਾ ਵਿਸਾਲ ਕਹਿ ਲਓ, ਉਸ ਮਾਲਕ ਦੇ ਨਾਲ ਮਿਲਾਪ ਕਹਿ ਲਓ, ਕਦੇ ਕਹਿੰਦੇ ਇਹ ਇਨਸਾਨ ਕਰ ਹੀ ਨਹੀਂ ਸਕਦਾ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਆਪਣੇ ਮੂਲ ਮੰਤਰ ਦੇ ਵਿੱਚ ਉਸ ਕਰਤੇ ਦੀ ਗੱਲ ਕੀਤੀ ਕਿ ਉਹ ਸੱਚ ਹੀ ਕਰਤੇ ਦੇ ਰੂਪ ਵਿੱਚ, ਇਨਸਾਨ ਦੇ ਰੂਪ ਵਿੱਚ ਸਾਡੇ ਲੈਵਲ ਤੇ ਆ ਕੇ ਇਸ ਇਨਸਾਨ ਨੂੰ ਜਿਹੜਾ ਇਸ ਚੀਜ਼ ਦੀ ਸੋਝੀ ਦੇਵੇਗਾ ਕਿ ਬਈ ਉਹ ਸੱਚ ਦੇ ਨਾਲ ਜਿਹੜਾ ਇਸ ਤਰੀਕੇ ਨਾਲ ਮਿਲਿਆ ਜਾ ਸਕਦਾ। ਹਾਂਜੀ ਭਾਈ ਸਾਹਿਬ ਜੀ ਕਾਫੀ ਵਿਸਤਾਰ ਵਿੱਚ ਜ਼ਿਕਰ ਕੀਤਾ ਕਿ ਉਹ ਪਰਮਾਤਮਾ ਭਾਵ ਸ਼ਬਦ ਹੀ ਦੇਹ ਧਾਰ ਕੇ ਇਸ ਸੰਸਾਰ ਅੰਦਰ ਆਉਂਦਾ ਹੈ। ਜਿਸ ਤਰ੍ਹਾਂ ਬਾਈਬਲ ਅੰਦਰ ਜ਼ਿਕਰ ਆਇਆ ਕਿ ਸ਼ਬਦ ਹੀ ਦੇਹ ਧਾਰੀ ਹੋਇਆ। ਗੁਰੂ ਘਰ ਨੇ ਫਰਮਾਇਆ, ਸਗਲੀ ਸ੍ਰਿਸ਼ਟ ਸ਼ਬਦ ਕੇ ਪਾਸ਼ੇ। ਇਨਸਾਨ ਜਿਸ ਤਰ੍ਹਾਂ ਕਿਸੇ ਦੇ ਨੀਲੇ ਕਾਲੇ ਜਾਂ ਪੀਲੇ ਕੱਪੜੇ ਪਾਏ ਹੋਣ ਤਾਂ ਅਸੀਂ ਸਾਧੂ ਜਾਂ ਫਿਰ ਸੰਤ ਆਖ ਦਿੰਦੇ ਹਾਂ। ਉਸ ਦੀ ਸਿੱਖਿਆ ਵਿੱਚੋਂ ਇਹ ਝਲਕ ਮਿਲੇਗੀ ਕਿ ਸੰਤ ਮਤ ਦਾ ਬਾਹਰਲੇ ਪਹਿਰਾਵੇ ਨਾਲ ਕੋਈ ਵੀ ਸੰਬੰਧ ਨਹੀਂ ਆਖਿਆ ਜਾ ਸਕਦਾ। ਜਿਸ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਫਰਮਾਇਆ ਕਿ ਭੇਡ ਸ਼ੇਰ ਦੀ ਖੱਲ ਪਾ ਕੇ ਕਦੇ ਸ਼ੇਰ ਨਹੀਂ ਬਣ ਸਕਦੀ। ਸਿੱਖ ਧਰਮ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਵਰਣਨ ਕੀਤਾ ਕਿ ਭੇਡ ਦੀ ਪੂਛ ਫੜ ਕੇ ਕਦੇ ਦਰਿਆ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਕਿਉਂ ਪਾਰ ਨਹੀਂ ਕੀਤਾ ਜਾ ਸਕਦਾ? ਇਸ ਕਰਕੇ ਪਾਰ ਨਹੀਂ ਕੀਤਾ ਜਾ ਸਕਦਾ ਕਿ ਆਪਾਂ ਜਾਣਦੇ ਹਾਂ ਕਿ ਭੇਡ ਉੱਪਰ ਉੱਨ ਹੁੰਦੀ ਹੈ, ਪਾਣੀ ਨਾਲ ਉੱਨ ਭਾਰੀ ਹੋ ਜਾਵੇਗੀ ਅਤੇ ਦਰਿਆ ਪਾਰ ਕਰਨਾ ਅਸੰਭਵ ਆਖਿਆ ਜਾ ਸਕਦਾ। ਉੱਨ ਕੀ ਹੈ? ਮਨ ਦੇ ਵਿਕਾਰ, ਮਨ ਦੀ ਸੋਚ, ਮਨ ਦੀ ਵਿਚਾਰਧਾਰਾ। ਜਿਸ ਦਾ ਮਨ ਹੀ ਮੈਲਾ ਹੈ ਉਹ ਸੱਚ ਨਾਲ ਕਿਸ ਤਰ੍ਹਾਂ ਜੋੜ ਸਕਦਾ? ਸਤਿਗੁਰੂ ਕਬੀਰ ਸਾਹਿਬ ਜੀ ਨੇ ਇਸੇ ਕਰਕੇ ਹੀ ਵਰਣਨ ਕੀਤਾ ਹੈ ਕਿ ਗੰਧ ਨਾਲ ਲਿਬੜੇ ਹੋਏ ਇਨਸਾਨ ਤੋਂ ਕਦੇ ਵੀ ਸੁਗੰਧੀ ਨਹੀਂ ਆ ਸਕਦੀ। ਭਾਈ ਸਾਹਿਬ ਜੀ ਸੰਤਾਂ ਦੇ ਗੁਣਾਂ ਦੀ ਗੱਲ ਕਰਦਿਆਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਫਰਮਾਇਆ, ਜੋ ਕਿ ਨਿਰਵਾਣ ਪ੍ਰਕਰਨ ਸਰਗ 209 ਵਿੱਚ ਦਰਜ ਹੈ। ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਇਹ ਸੰਤ ਜਨਾਂ ਦਾ ਗੁਣ ਹੈ ਕਿ ਉਹ ਕਿਸੇ ਉੱਪਰ ਕ੍ਰੋਧ ਨਹੀਂ ਕਰਦੇ ਅਤੇ ਉਹਨਾਂ ਦੇ ਹਿਰਦੇ ਵਿੱਚ ਸਦਾ ਸ਼ਾਂਤੀ ਅਤੇ ਦਇਆ ਦਾ ਵਾਸਾ ਹੁੰਦਾ ਹੈ। ਦੂਸਰੀ ਚੀਜ਼ ਭਗਵਾਨ ਵਾਲਮੀਕ ਜੀ ਨੇ ਵਰਣਨ ਕੀਤੀ ਕਿ ਜਿਹੜਾ ਵੀ ਇਨਸਾਨ ਉਹਨਾਂ ਦੇ ਨੇੜੇ ਜਾਂਦਾ ਹੈ ਉਹ ਵੀ ਸੀਤਲ ਹੋ ਜਾਂਦਾ ਹੈ। ਭਾਈ ਸਾਹਿਬ ਜੀ ਭਗਵਾਨ ਵਾਲਮੀਕ ਜੀ ਨੇ ਜੋ ਸੰਤਾਂ ਦੇ ਗੁਣ ਕਹੇ ਹਨ, ਆਪ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਭੈਣ ਜੀ, ਜਿਸ ਤਰ੍ਹਾਂ ਆਪਾਂ ਵਿਚਾਰ ਕਰ ਚੁੱਕੇ ਉਸ ਚੀਜ਼ ਨੂੰ ਆਪਾਂ ਅੱਗੇ ਲੈ ਕੇ ਜਾ ਰਹੇ ਕਿ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਸੰਤ ਜਿਹੜਾ ਉਸ ਦੇ ਪ੍ਰਤੀ ਜਿਹੜਾ ਜੀ ਉਹ ਕੀ ਆਖਿਆ। ਜਿਸ ਤਰ੍ਹਾਂ ਆਪਾਂ ਵਿਰਾਗ ਪ੍ਰਕਰਨ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਆਇਆ ਜੀ ਕਿ ਉਹਨਾਂ ਦੇ ਗੁਣ ਜਿਹੜੇ ਆ ਉਹ ਕੀ ਆਖੇ ਜਾ ਸਕਦੇ। ਕਹਿੰਦੇ ਪਹਿਲੀ ਨਿਸ਼ਾਨੀ ਉਹਨਾਂ ਦੀ ਇਹ ਹੋਵੇਗੀ ਜਿਸ ਨੂੰ ਆਪਾਂ ਵਿਰਾਗ ਕਹਿ ਦਿੰਦੇ। ਵਿਰਾਗ ਦਾ ਮਕਸਦ ਇਹ ਨਹੀਂ ਕਿ ਵੀ ਘਰ-ਬਾਰ ਛੱਡ ਕੇ ਆਪਣੇ ਪਰਿਵਾਰ ਨੂੰ ਵਿਦਾਵਾ ਲਿਖ ਕੇ ਦੇ ਦੇਣਾ ਤੇ ਚਲੇ ਜਾਣਾ ਜੰਗਲਾਂ ਪਹਾੜਾਂ ਦੇ ਵਿੱਚ। ਭਗਵਾਨ ਵਾਲਮੀਕ ਜੀ ਨੇ ਵਿਰਾਗ ਜਿਹੜਾ ਲਫ਼ਜ਼ ਵਰਤਿਆ ਉਸ ਦੇ ਪ੍ਰਤੀ ਜ਼ਿਕਰ ਕੀਤਾ
ਕਿ ਜਦੋਂ ਇਸ ਇਨਸਾਨ ਦੇ ਮਨ ਦੀ ਇਹ ਅਵਸਥਾ ਬਣ ਜਾਵੇਗੀ, ਦੁਨੀਆ ਦੀਆਂ ਚੀਜ਼ਾਂ ਦੇ ਵਿੱਚੋਂ ਇਸ ਦਾ ਮੋਹ ਨਿਕਲ ਜਾਵੇਗਾ। ਤ੍ਰਿਸ਼ਨਾ ਦੇ ਪ੍ਰਤੀ ਭਗਵਾਨ ਵਾਲਮੀਕ ਜੀ ਨੇ ਕੋਈ 3 ਸਰਗ ਜਿਹੜੇ ਉਹ ਆਪਣੀ ਬਾਣੀ ਦੇ ਅੰਦਰ ਲਿਖੇ ਕਿ ਜਿਹੜਾ ਇਨਸਾਨ ਤ੍ਰਿਸ਼ਨਾ ਦੇ ਅੰਦਰ ਆਪਣੇ ਆਪ ਨੂੰ ਲਪੇਟ ਕੇ ਬੈਠਾ, ਉਸ ਨੂੰ ਆਪਾਂ ਵਿਰਾਗੀ ਜਿਹੜਾ ਉਹ ਨਹੀਂ ਆਖ ਸਕਦੇ। ਉਸ ਦੀ ਦੂਸਰੀ ਵਿਸ਼ੇਸ਼ਤਾ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਕੀ ਲਿਖੀ, ਕਹਿੰਦੇ ਉਸ ਨੂੰ ਆਪਾਂ ਸੰਤ ਕਹਿ ਲਈਏ, ਉਸ ਨੂੰ ਆਪਾਂ ਸਾਧੂ ਕਹਿ ਲਈਏ, ਕਹਿੰਦੇ ਧੀਰਜ ਜਿਸ ਨੂੰ ਆਪਾਂ ਕਹਿ ਲਈਏ, ਇਹ ਉਸ ਦਾ ਗੁਣ ਹੋਵੇਗਾ, ਵਿਖਾਵੇ ਵਾਸਤੇ ਨਹੀਂ। ਜਿਸ ਤਰ੍ਹਾਂ ਆਪਾਂ ਜ਼ਿਕਰ ਕਰ ਗਏ ਬਾਣੀ ਦੇ ਅੰਦਰ ਕਿ ਬਈ ਭੇਡ ਦੀ ਪੂਛ ਫੜ ਕੇ ਕਦੇ ਦਰਿਆ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਦਾ ਜ਼ਿਕਰ ਕਰਗੇ ਭੈਣ ਜੀ, ਭੇਡੇ ਪੂਛਣ ਲੱਗੀਏ ਨਿਤ ਸਹਿਸਾ ਜਿਗੇ, ਭਾਵ ਕਿ ਜਿਹੜਾ ਇਨਸਾਨ ਆਪਣੇ ਆਪ ਨੂੰ ਇਹਨਾਂ ਵਿਕਾਰਾਂ ਤੋਂ ਨਹੀਂ ਬਚਾ ਸਕਿਆ, ਦੂਸਰੇ ਨੂੰ ਉਹ ਇਨਸਾਨ ਇਹਨਾਂ ਵਿਕਾਰਾਂ ਚੋਂ ਨਹੀਂ ਕੱਢ ਸਕਦਾ। ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ, ਉਸ ਨੂੰ ਧੀਰਜ ਦਾ ਜਿਹੜੀ ਉਹ ਜਗ੍ਹਾ ਦਿੱਤੀ, ਕਿਉਂਕਿ ਸਤਿਗੁਰੂ ਜਿਸ ਤਰ੍ਹਾਂ ਆਪਾਂ ਸ਼ੇਖ ਫਰੀਦ ਜੀ ਦੀ ਬਾਣੀ ਲੈ ਲਈਏ, ਗੁਰੂ ਘਰ ਨੇ ਵੀ ਫਰਮਾਇਆ, ਲੇਕਿਨ ਸ਼ੇਖ ਫਰੀਦ ਜੀ ਨੇ ਧੀਰਜ ਦੀ ਗੱਲ ਕਰਦੇ ਹੋਏ ਆਪਣੀ ਬਾਣੀ 'ਚ ਇੱਕ ਜਗ੍ਹਾ ਤੇ ਜ਼ਿਕਰ ਕੀਤਾ, ਕਹਿੰਦੇ ਫਰੀਦਾ ਸਾਹਿਬ ਕੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਨ। ਜੀਰਾਨ ਤੋਂ ਭਾਵ ਜਿਗਰਾ। ਕਹਿੰਦੇ ਜਿਸ ਇਨਸਾਨ ਦੇ ਅੰਦਰ ਧੀਰਜ ਹੀ ਨਹੀਂ, ਕਿਸੇ ਦੀ ਗੱਲ ਨੂੰ ਕਹੀ ਹੋਈ ਨੂੰ ਇਹ ਇਨਸਾਨ ਸਹਾਰ ਹੀ ਨਹੀਂ ਸਕਦਾ, ਤੇ ਫਿਰ ਉਸ ਨੂੰ ਆਪਾਂ ਸੰਤ ਕਿੱਦਾਂ ਆਖ ਸਕਦੇ? ਨਹੀਂ ਆਖ ਸਕਦੇ। ਇਸ ਕਰਕੇ ਆਪਾਂ ਗੱਲ ਕਰ ਚੁੱਕੇ ਪਹਿਲਾਂ ਕਿ ਬਈ ਇਹ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀ ਹੋਏ, ਉਹਨਾਂ ਦੇ ਅੰਦਰ ਇਹ ਗੁਣ ਨਹੀਂ ਸਨ। ਵਿਰਾਗਿਆ ਦਾ ਗੁਣ ਨਹੀਂ, ਧੀਰਜ ਦਾ ਗੁਣ ਜਿਹੜਾ ਆਪਾਂ ਨਹੀਂ ਆਖ ਸਕਦੇ। ਤੀਸਰੀ ਚੀਜ਼ ਜਿਹੜੀ ਭਗਵਾਨ ਵਾਲਮੀਕ ਜੀ ਨੇ ਵਰਣਨ ਕੀਤੀ, ਉਹ ਹੈ ਸੰਤੋਖ। ਵਿਰਾਗਿਆ, ਧੀਰਜ ਤੇ ਸੰਤੋਖ। ਸੰਤੋਖ ਤੋਂ ਭਾਵ ਸਬਰ। ਉਸ ਮਾਲਕ ਨੇ ਜੋ ਦਿੱਤਾ ਉਸ ਦੇ ਵਿੱਚ ਆਪਾਂ ਸੈਟੀਸਫਾਈਡ ਹੋਣਾ, ਸੰਤੁਸ਼ਟ ਹੋਣਾ। ਦੁਨੀਆ ਦੀ ਕੋਈ ਵੀ ਚੀਜ਼ ਜਿਹੜੀ ਇਸ ਇਨਸਾਨ ਦੇ ਮਨ ਨੂੰ ਨਹੀਂ ਡਲਾ ਸਕੇਗੀ, ਤੇ ਫਿਰ ਉਸ ਨੂੰ ਸੰਤੋਖ ਕਹਿੰਦੇ। ਚੌਥੀ ਚੀਜ਼ ਜਿਹੜੀ ਉਸ ਨੂੰ ਆਪਾਂ ਉਦਾਰਤਾ ਆਖ ਸਕਦੇ। ਇਸ ਧੀਰਜ ਦੀ ਗੱਲ ਕਰਦੇ ਹੋਏ ਮੈਨੂੰ ਇੱਕ ਕੜੀ ਯਾਦ ਆ ਗਈ ਜੀ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 10ਮ ਗ੍ਰੰਥ ਦੇ ਅੰਦਰ ਇੱਕ ਕੜੀ ਦਾ ਜ਼ਿਕਰ ਕੀਤਾ ਜੀ। ਇਸ ਦੇ ਪ੍ਰਤੀ ਲਿਖਿਆ ਕਿ ਮੁਕਤਸਰ ਦੇ ਲਾਗੇ ਮਾਛੀਵਾੜੇ ਦੇ ਵਿੱਚ ਜਦੋਂ ਉਹਨਾਂ ਨੂੰ ਕੋਈ 2 ਪਠਾਨ ਭਰਾ ਮਿਲੇ, ਤੇ ਇਹਨਾਂ ਨੇ ਉਹਨਾਂ ਨੂੰ ਆਖਿਆ, ਪਠਾਨਾਂ ਨੇ, ਕਿ ਹੁਣ ਤੁਹਾਡੇ ਕੋਲ ਕੋਈ ਵੀ ਚੀਜ਼ ਜਿਹੜੀ ਉਹ ਬਾਕੀ ਨਹੀਂ ਰਹੀ, ਇਸ ਕਰਕੇ ਤੁਸੀਂ ਮੁਗਲ ਬਾਦਸ਼ਾਹ ਜਿਹੜਾ ਔਰੰਗਜ਼ੇਬ ਆ ਉਸ ਦੇ ਨਾਲ ਸੰਧੀ ਕਰ ਲਓ। ਤੇ 10ਮ ਗ੍ਰੰਥ ਦੇ ਅੰਦਰ ਉਹਨਾਂ ਨੇ ਇਸ ਚੀਜ਼ ਦਾ ਵਰਣਨ ਕੀਤਾ। ਕਹਿੰਦੇ ਨਾ ਸਾਜੋਂ ਨਾ ਬਾਜੋਂ ਨਾ ਫੌਜੋਂ ਨਾ ਫਰਸ਼। ਭਾਵ ਸਾਜੋਂ ਤੋਂ ਭਾਵ ਧਨ। ਕਹਿੰਦੇ ਤੁਹਾਡੇ ਪਾਸ ਧਨ ਨਹੀਂ। ਬਾਜੋਂ ਤੋਂ ਭਾਵ ਮਹਿਲ ਮਾੜੀਆਂ ਨਹੀਂ। ਫਰਸ਼ ਤੋਂ ਭਾਵ ਤੁਹਾਡੇ ਕੋਲ ਰਹਿਣ ਵਾਸਤੇ ਵੀ ਜਗ੍ਹਾ ਨਹੀਂ। ਤੇ ਫਿਰ ਦੱਸੋ ਤੁਹਾਡੇ ਕੋਲ ਹੈ ਕੀ? ਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕੀ ਫਰਮਾਇਆ? ਕਹਿੰਦੇ ਕੋਈ ਸ਼ੱਕ ਨਹੀਂ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਐਸ਼ ਅਰਸ਼। ਕਹਿੰਦੇ ਉਸ ਖੁਦਾਵੰਦ ਨੇ ਸਾਨੂੰ ਇਸ ਦੁਨੀਆ ਦੇ ਉੱਪਰ ਹੀ ਉਹ ਅਰਸ਼ ਦਿੱਤਾ, ਜਿਸ ਨੂੰ ਭਗਵਾਨ ਵਾਲਮੀਕ ਜੀ ਨੇ ਸੰਤੋਖ ਅਤੇ ਉਦਾਰਤਾ ਦੀ ਗੱਲ ਕੀਤੀ। ਇਸ ਕਰਕੇ ਆਪਾਂ ਉਸ ਨੂੰ ਸੰਤ ਕਹਿ ਸਕਦੇ। ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਅਨੁਸਾਰ ਆਪਾਂ ਗੱਲ ਕਰ ਸਕਦੇ ਕਿ ਉਹਨਾਂ ਇਨਸਾਨਾਂ ਦੇ ਵਿੱਚ ਇਹ ਗੁਣ ਜਿਹੜੇ ਇਹ ਬਿਰਾਜਮਾਨ ਸਨ। ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਹੀਰੇ ਅਤੇ ਜਵਾਹਰਤ ਪ੍ਰਾਪਤ ਕਰਨ ਲਈ ਸਮੁੰਦਰ ਦੀ ਡੂੰਘਾਈ ਵਿੱਚ ਜਾਣਾ ਪਵੇਗਾ। ਸੋਨੇ ਅਤੇ ਕੀਮਤ ਵਸਤੂਆਂ ਨੂੰ ਪ੍ਰਾਪਤ ਕਰਨ ਲਈ ਆਪਾਂ ਦੇਖਦੇ ਹਾਂ ਕਿ ਮਜ਼ਦੂਰਾਂ ਨੂੰ ਖਾਣਾ ਦੇ ਅੰਦਰ ਕੰਮ ਕਰਨਾ ਪੈਂਦਾ। ਇਸੇ ਤਰ੍ਹਾਂ ਹੀ ਬਾਣੀ ਵਿੱਚੋਂ ਅਸਲੀਅਤ ਨੂੰ ਜਾਣਨ ਲਈ ਬਾਣੀ ਦੀ ਡੂੰਘਾਈ ਵਿੱਚ ਜਾਣਾ ਪਵੇਗਾ। ਬਾਣੀ ਕੀ ਸਿੱਖਿਆ ਦਿੰਦੀ? ਇਸ ਬਾਣੀ ਨੂੰ ਸਰੀਰ ਦਾ ਹਿੱਸਾ ਨਹੀਂ, ਮਨ ਦਾ ਹਿੱਸਾ ਬਣਾਉਣਾ ਪਵੇਗਾ। ਭਗਵਾਨ ਵਾਲਮੀਕ ਜੀ ਦੇ ਆਸ਼ੇ ਅਨੁਸਾਰ ਵਿਚਾਰਧਾਰਾ ਉਸ ਸਮੇਂ ਬਦਲੇਗੀ ਜਦੋਂ ਇਹ ਬਾਣੀ ਸਾਡੇ ਮਨ ਦਾ ਹਿੱਸਾ ਬਣ ਜਾਵੇਗੀ। ਜਿੰਨੇ ਕੁ ਉਸ ਮਾਲਕ ਨੇ
ਸਾਨੂੰ ਬੁੱਧੀ ਬਖਸ਼ੀ, ਉਸ ਅਨੁਸਾਰ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ। ਅੰਤ ਵਿੱਚ ਧੰਨਵਾਦੀ ਹਾਂ ਕਾਂਸ਼ੀ ਟੈਲੀਵਿਜ਼ਨ ਦੀ ਸਾਰੀ ਟੀਮ ਦੇ, ਜਿਨ੍ਹਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਾਂ। ਭਗਵਾਨ ਵਾਲਮੀਕ ਜੀ ਜੈ ਜੈ।